देश दुनिया च वसते पंजाबियों को जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने डॉक्टर रूप सिंह, श्रोमणी गुरुद्वारा प्रबंधक कमेटी के मुख सकत्तर डॉक्टर रूप सिंह सिख स्कॉलर ने, वड्डे प्रबंधक ने। और पिछले दिनों के विच जदों असीं ब्लू स्टार ऑपरेशन नाल संबंधित पुरानियां यादां ताज़ा कर रहे सी, बहुत सारे चश्मदीदां नाल गल कर रहे सी और उदों सरदार तरलोचन सिंह बार बार डॉक्टर रूप सिंह का जिक्र इस करके कर रहे सी कि इतिहासक दस्तावेज और बहुत सारिया चीज़ां डॉक्टर रूप सिंह नाल भी जुड़दियां ने। भावें ये श्रोमणी कमेटी का उदों हिस्सा नहीं सी, लेकिन अज के दौर दे विच श्रोमणी कमेटी ते असर किन्ने का ब्लू स्टार ऑपरेशन दे और किस तरह की मानसिकता है लोगों की, क्योंकि इन्हां दा किताब नाल नेड़े दा वारिया है। सो डॉक्टर साहब मैं तुहानूं जी आया आखदा जी। धन्यवाद जी। ਅਸੀਂ ਦੋਸਤੋ ਜਦੋਂ ਇਹਨਾਂ ਸਮਿਆਂ ਦੇ ਵਿੱਚ ਮੁੜਦੇ ਆ ਤੇ ਹਰ ਸਾਲ ਤਕਲੀਫ ਨਾਲ ਭਰ ਜਾਂਦੇ ਆ। ਸੋ ਡਾਕਟਰ ਸਾਹਿਬ ਸਾਡੇ ਕੋਲ ਨੇ ਅੱਜ ਸ਼੍ਰੋਮਣੀ ਕਮੇਟੀ ਦੇ ਸਭ ਤੋਂ ਵੱਡੇ ਪ੍ਰਬੰਧਕ ਨੇ। ਡਾਕਟਰ ਸਾਹਿਬ, ਤੁਸੀਂ ਦਰਬਾਰ ਸਾਹਿਬ ਦੇ ਚੌਗਿਰਦੇ ਦਾ ਹਿੱਸਾ ਹੋ, ਤੁਸੀਂ ਦਰਬਾਰ ਸਾਹਿਬ ਪਰਿਸਰ ਦੇ ਵਿੱਚ ਵਿਚਰਦੇ ਹੋ ਰੋਜ਼। ਮੈਂ ਤੁਹਾਡੀ ਉਹ ਇੱਕ ਵੀਡੀਓ ਦੇਖੀ ਸੀ ਜਿਹਦੇ ਵਿੱਚ ਤੁਹਾਡੇ ਅਥਰੂ ਛਲਕ ਪੈਂਦੇ, ਤੁਹਾਡਾ ਗਲਾ ਭਰ ਜਾਂਦਾ ਹੈ ਜਦੋਂ ਲੋਕਡਾਊਨ ਦੌਰਾਨ ਤੁਸੀਂ ਦੇਖਦੇ ਹੋ ਕਿ ਉਹ ਜਗ੍ਹਾ ਖਾਲੀ ਹੋ ਗਈ ਜਿੱਥੇ ਰੌਣਕ ਸਦਾ ਰਹਿੰਦੀ ਹੈ, ਜਿੱਥੇ ਬਖਸ਼ਿਸ਼ਾਂ ਦਾ ਮੀਂਹ ਵਰਦਾ। ਸੋ ਇਹ ਮਨੋਸਥਿਤੀਆਂ ਕਿਹੋ ਜੀਆਂ ਹੁੰਦੀਆਂ? ਦੇਖੋ ਰੰਧਾਵਾ ਸਾਹਿਬ, ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਦਰ ਘਰ ਆ, ਇਹ ਤਾਂ ਵਿਲੱਖਣ ਆ ਜੀ। ਇਹ ਤਾਂ ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਸਤਿਗੁਰੂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਖੁਦ ਕਿਹਾ ਕਿ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬੱਧੋ ਪੁਰਖ ਵਧਾਤੇ ਤਾਂ ਤੁ ਸੋਇਆ। ਅਸੀਂ ਕਿਉਂਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਗੁਰੂ ਰਾਮਦਾਸ ਦੀ ਬਖਸ਼ਿਸ਼ ਸਦਕਾ 30 ਸਾਲ ਤੋਂ ਸੇਵਾ ਕਰ ਰਿਹਾ ਜੀ। ਇਸ ਦੌਰਾਨ ਰੋਜ਼ਾਨਾ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਲਗਭਗ ਪ੍ਰਾਪਤ ਹੋ ਜਾਂਦਾ ਜੀ। ਜਦੋਂ ਅਸੀਂ ਇਹ ਦੇਖਦੇ ਹਾਂ ਕਿ ਰੋਜ਼ਾਨਾ ਲੱਖ ਬੰਦਾ 2 ਲੱਖ ਬੰਦੇ ਪ੍ਰਾਣੀ ਜਿਹੜੇ ਨੇ, ਸ਼ਰਧਾਲੂ ਜਿਹੜੇ ਨੇ, ਉਹ ਦਰਸ਼ਨ ਕਰਨ ਲਈ ਆ ਰਹੇ ਨੇ, ਤੇ ਲਾਕਡਾਊਨ ਦੇ ਦੌਰਾਨ ਕੇਵਲ ਜਦੋਂ ਅਸੀਂ ਜਾ ਕੇ ਪੁਲ ਖਾਲੀ ਦੇਖਦੇ ਹਾਂ ਤੇ ਉਹਦੇ ਨਾਲ ਮਨ 'ਚ ਵਿਰਾਗ ਤੇ ਆਉਂਦਾ। ਇੱਕ ਹੁੰਦਾ ਕਿ ਸਾਨੂੰ ਦਰਸ਼ਨ ਕਰਨ ਦਾ ਸਮਾਂ ਮਿਲ ਜੇ, ਇੱਕ ਹੈਗਾ ਕਿ ਪੁਲ ਖਾਲੀ ਆ, ਪਰਿਕਰਮਾ ਖਾਲੀ ਆ, ਕੇਵਲ ਸੇਵਾਦਾਰ ਜਿਹੜੇ ਸੇਵਾਵਾਂ ਕਰਨ ਵਾਲੇ ਨੇ, ਡਿਊਟੀਆਂ ਕਰਨ ਵਾਲੇ ਨੇ, ਉਹੀ ਕਰਮਚਾਰੀ ਨੇ ਜੀ। ਤੇ ਉਸ ਵੇਲੇ ਮਨ 'ਚ ਥੋੜਾ ਜਿਹਾ ਆਇਆ ਸੀ, ਪਰ ਗੁਰੂ ਰਾਮਦਾਸ ਦੇ ਦਰ ਤੇ ਸਾਨੂੰ ਭਰੋਸਾ ਵਾ ਕਿ ਉਹ ਦਿਨ ਫੇਰ ਪਰਤਣੇ ਨੇ, ਉਹ ਰੌਣਕਾਂ ਲੱਗਣੀਆਂ ਨੇ ਜੀ। ਤੇ ਇਸ ਦਰ ਦੇ ਬੜੇ ਅਜੀਬੋ-ਗਰੀਬ ਤਜਰਬੇ ਹੋਏ ਆ ਜੀ। ਮੈਂ ਤੇ ਇਹ ਗੱਲ ਕਹਿਣਾ ਵਾ ਕਿ ਇਸ ਥਾਂ ਤੇ ਰੋਜ਼ਾਨਾ ਕਰਾਮਾਤਾਂ ਵਾਪਰਦੀਆਂ ਨੇ। ਅੱਛਾ। ਤੇ ਮੈਂ ਇਹ ਵੀ ਕਰਾਮਾਤ ਸਮਝਦਾ ਕਿ ਮੇਰੇ ਵਰਗਾ ਪਿੰਡਾਂ ਦਾ ਰਹਿਣ ਵਾਲਾ ਜਿਹਨੂੰ ਕੋਈ 10 ਰੁਪਏ ਨਹੀਂ ਦੇਣ ਨੂੰ ਤਿਆਰ ਹੈਗਾ ਜੀ, ਉਸ ਨੂੰ ਇਸ ਦਰ ਤੇ ਏਡੀ ਵੱਡੀ ਪੋਸਟ ਮਿਲ ਜਾਣੀ ਜੀ, ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲੱਗ ਜਾਣਾ ਤੇ ਫਿਰ ਇਸ ਅਹੁਦੇ ਤੇ ਪਹੁੰਚ ਜਾਣਾ। ਇਹ ਗੁਰੂ ਰਾਮਦਾਸ ਦੀ ਬੜੀ ਵੱਡੀ ਕਰਾਮਾਤ ਹੈ, ਬਖਸ਼ਿਸ਼ ਹੈ, ਤੇ ਮੈਂ ਅੱਜ ਤੱਕ ਜੋ ਕੁਝ ਮੰਗਿਆ ਜੀ ਉਹ ਮੈਨੂੰ ਪ੍ਰਾਪਤ ਹੋ ਗਿਆ। ਅੱਛਾ ਡਾਕਟਰ ਸਾਹਿਬ, ਮੈਨੂੰ ਤੁਹਾਡੀ ਨਿੱਜ ਵੱਲ ਵੀ ਜਾਵਾਂਗੇ ਜ਼ਰੂਰ, ਕਿਉਂਕਿ ਤੁਸੀਂ ਕਿਤਾਬ ਕਲਚਰ ਨਾਲ ਜੁੜੇ ਹੋਏ ਹੋ ਔਰ ਅਮੂਮਨ ਸਾਡੇ ਇਹਨਾਂ ਧਿਰਾਂ ਤੇ ਦੋਸ਼ ਲੱਗਦਾ ਹੈ ਕਿ ਅਸੀਂ ਰਿਸਰਚ ਵਰਕ ਤੇ ਧਿਆਨ ਨਹੀਂ ਦਿੰਦੇ, ਅਸੀਂ ਬਿਆਨਬਾਜ਼ੀਆਂ 'ਚ ਜ਼ਿਆਦਾ ਰੁਚਿਤ ਰਹਿੰਦੇ ਹਾਂ। ਲੇਕਿਨ ਇਹ ਜਿਹੜਾ ਹੁਣ ਲੋਕਡਾਊਨ ਵਾਲਾ ਘਟਨਾਕ੍ਰਮ ਸੀ ਔਰ ਇੱਕ 84 ਦੇ ਵਿੱਚ ਇਵੇਂ ਹੀ ਖਾਲੀ ਸੀਗਾ ਸਾਰਾ ਕੁਝ, ਉਹ ਸੋਚ ਕਿਆਸ ਵੀ ਬੰਦੇ ਨੂੰ ਕੰਬਣ ਲਾ ਦਿੱਤੇ। ਦੇਖੋ ਜੂਨ 1984 ਦਾ ਜਿਹੜਾ ਘੱਲੂਘਾਰਾ ਸੀ ਜੀ, ਉਸ ਵਾਪਰਨ ਦੌਰਾਨ ਮੈਂ ਗ੍ਰੈਜੂਏਸ਼ਨ ਕਰ ਰਿਹਾ ਸੀ। ਅੱਛਾ। BA ਦਾ ਵਿਦਿਆਰਥੀ ਸੀ ਤੇ ਸਾਡੇ ਪੇਪਰ ਜਿਹੜੇ ਆ ਉਹ ਇੱਕ ਪੇਪਰ ਕੈਂਸਲ ਹੋ ਗਏ ਸੀ ਇਸ ਕਰਕੇ। ਠੀਕ ਹੈ। ਪਰ ਇਹਦੇ ਜਿਹੜੇ ਜ਼ਖਮ ਸੀ, ਮੈਂ ਇੱਕ ਆਰਟੀਕਲ ਵੀ ਲਿਖਿਆ ਸੀ, ਰਿਸ ਦੇ ਜ਼ਖਮ ਜੂਨ 84 ਦੇ। ਉਹ ਜ਼ਖਮ ਇਸ ਤਰ੍ਹਾਂ ਦੇ ਸੀ ਕਿ ਅਸੀਂ ਲੋਕ ਜਿਹੜੇ ਅੰਮ੍ਰਿਤਸਰ ਤੋਂ ਜੀ 70 ਕਿਲੋਮੀਟਰ ਦੂਰ ਰਹਿਣ ਵਾਲੇ ਸੀ ਤੇ ਸਾਰੇ ਪੰਜਾਬ 'ਚ ਕਰਫਿਊ ਲੱਗਾ ਹੋਇਆ ਸੀ, ਕਿਤੇ ਕੋਈ ਆ ਜਾ ਨਹੀਂ ਸੀ ਸਕਦਾ, ਪਰ ਪਿੰਡਾਂ ਦੇ ਲੋਕ ਆਪਣੀਆਂ ਡਾਂਗਾਂ ਦੇ ਨਾਲ ਆਪਣੇ ਜੋ ਵੀ ਹੱਥ 'ਚ ਆਇਆ ਉਹ ਲੈ ਕੇ ਅੰਮ੍ਰਿਤਸਰ ਵੱਲ ਨੂੰ ਤੁਰ ਪਏ ਕਿ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ, ਭਾਰਤ ਸਰਕਾਰ ਨੇ ਹਮਲਾ ਕਰ ਦਿੱਤਾ। ਤੇ ਜਿਹੜੀਆਂ ਕੰਨਾਂ 'ਚ ਆਵਾਜ਼ਾਂ ਪੈਂਦੀਆਂ ਸੀ, ਮੈਨੂੰ ਯਾਦ ਆ ਕਿ ਇਹ ਮਾਰਟਨ ਗੰਨਾਂ ਦੇ ਗੋਲੇ ਚੱਲ ਰਹੇ ਨੇ, ਉਹਦੀ ਆਵਾਜ਼ ਆ ਰਹੀ ਆ, ਵੱਖ-ਵੱਖ ਲੋਕਾਂ ਕੋਲ ਆਵਾਜ਼ਾਂ ਸੁਣਦੀਆਂ ਸੀ ਜੀ।
ਲੋਕ ਇੰਨੇ ਦੁਖੀ ਸੀ ਜੀ ਕਿ ਉਹਨਾਂ ਦਿਨਾਂ 'ਚ ਸਾਡੇ ਬਜ਼ੁਰਗ ਵੀ, ਪਰਿਵਾਰਾਂ ਦੇ ਮੈਂਬਰ ਵੀ ਨੰਗੇ ਪੈਰੀਂ ਤੁਰ ਪਏ। ਕਿਸੇ ਨੇ ਉਹਨਾਂ ਨੂੰ ਮੁਕਾਮ ਤੇ ਪਹੁੰਚਣ ਨਹੀਂ ਸੀ ਦੇਣਾ ਜੀ। ਬਹੁਤ ਸਾਰੇ ਲੋਕ ਇਸ ਸਫ਼ਰ ਦੌਰਾਨ ਵੀ ਆਰਮੀ ਨੇ ਸ਼ਹੀਦ ਕਰਤੇ, ਮਾਰੇ ਗਏ। ਤੇ ਜਿਹੜਾ ਭਾਣਾ ਇੱਥੇ ਵਾਪਰਿਆ ਉਹਦੇ ਕਰਕੇ ਜਿਹੜੀ ਸੰਗਤ ਬੇਬਲ ਸੀ ਉਹਨੂੰ ਤੇ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਜਿਹੜਾ ਹਮਲਾ ਹੋਇਆ ਜੀ, ਤੇ ਉਹਨੇ ਇੱਕ ਕੀਤਾ ਜਾਨੀ ਨੁਕਸਾਨ ਜੀ, ਇੱਕ ਕੀਤਾ ਸਿੱਖਾਂ ਦਾ ਮਾਲੀ ਨੁਕਸਾਨ ਜੀ, ਇੱਕ ਕੀਤਾ ਸਿੱਖਾਂ ਦਾ ਵਿਰਾਸਤੀ ਨੁਕਸਾਨ, ਬੌਧਿਕ ਪੱਖ ਵੀ ਰਗੜਤਾ। ਤੇ ਸਭ ਤੋਂ ਵੱਡਾ ਜਿਹੜਾ ਸੀ ਨਾ, ਉਹ ਸਿੱਖ ਮਾਨਸਿਕਤਾ ਜਿਹੜੀ ਸੀ, ਸਿੱਖ ਸਾਈਕੀ ਜਿਹੜੀ ਸੀ, ਉਹ ਜ਼ਖਮੀ ਹੋ ਗਈ। ਬਿਲਕੁਲ ਸਾਰਾ ਕੁਝ ਹੋ ਸਕਦਾ, ਜਾਨੀ ਮਾਲੀ ਨੁਕਸਾਨ ਦੀ ਵੀ ਭਰਪਾਈ ਹੋ ਸਕਦੀ ਆ, ਸਮਾਂ ਆਉਣ ਤੇ ਲੋਕ ਜ਼ਖਮ ਭਰ ਜਾਂਦੇ, ਥੋੜਾ ਜ਼ਖਮ ਭਰਦੇ ਜਾਣਗੇ, ਪਰ ਜਿਹੜੇ ਸਿੱਖ ਸਾਈਕੀ ਦੇ ਜ਼ਖਮ ਆਏ ਆ ਨਾ, ਉਹ ਨਹੀਂ ਭਰੇ ਜਾਣੇ। ਜਿਹੜੀ ਬੇਭਰੋਸਗੀ ਬਣ ਗਈ, ਬੇਵਿਸ਼ਵਾਸੀ ਦਾ ਜਿਹੜਾ ਮਾਹੌਲ ਕ੍ਰੀਏਟ ਹੋ ਗਿਆ ਉਸ ਵੇਲੇ, ਸਿੱਖਾਂ ਨੂੰ ਵਿਸ਼ਵਾਸ ਨਹੀਂ ਰਿਹਾ ਜੀ। ਤੇ ਮੈਨੂੰ ਅਸਲ 'ਚ ਦੁੱਖ ਇਸ ਗੱਲ ਦਾ ਵਾ ਕਿ ਆਜ਼ਾਦ ਭਾਰਤ ਦੇ ਵਿੱਚ ਜੀ ਉਹਨਾਂ ਸਿੱਖਾਂ ਤੇ ਹਮਲਾ ਸੀ ਜਿਨ੍ਹਾਂ ਸਿੱਖਾਂ ਨੇ ਸਭ ਤੋਂ ਵੱਧ ਦੇਸ਼ ਦੀ ਸੁਤੰਤਰਤਾ ਲਈ, ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ। ਕਾਲੇ ਪਾਣੀ ਤੱਕ ਦੀਆਂ ਜਿਹੜੀਆਂ ਕਾਲ ਕੋਠੜੀਆਂ ਸੀ ਉਹ ਝੱਲੀਆਂ, ਅਣਗਿਣਤ ਪੰਜਾਬੀ ਮਾਰੇ ਗਏ। 10 ਲੱਖ ਦੇ ਕਰੀਬ ਪੰਜਾਬੀ ਵੰਡ ਨੇ ਖਾ ਲਏ। ਬਿਲਕੁਲ। ਤੇ ਸਭ ਤੋਂ ਵੱਡਾ ਦਿਖਾਂਤ ਉਸ ਵੇਲੇ ਇਹ ਵਾਪਰਿਆ ਕਿ 173 ਦੇ ਕਰੀਬ ਜਿਹੜੇ ਸਾਡੇ ਇਤਿਹਾਸਕ ਸਥਾਨ ਸੀ ਉਹ ਪਾਕਿਸਤਾਨ 'ਚ ਰਹਿ ਗਏ। ਬਿਲਕੁਲ। ਜਿਨ੍ਹਾਂ 'ਚ ਜਗਤ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਵੀ ਸ਼ਾਮਲ ਸੀ ਜੀ, ਗੁਰਦੁਆਰਾ ਡੇਰਾ ਸਾਹਿਬ ਵੀ ਸ਼ਾਮਲ ਸੀ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਹਾਦਤ ਦਿੱਤੀ। ਮੈਂ ਥੋੜਾ ਜਿਹਾ ਰੰਧਾਵਾ ਸਾਹਿਬ ਨੂੰ ਥੋੜਾ ਜਿਹਾ ਪਿੱਛੇ ਲੈ ਕੇ ਚੱਲਣਾ ਚਾਹੁੰਦਾ ਜ਼ਰੂਰ, ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਲਾਮੀ ਦੇ ਵਿਰੁੱਧ ਆਵਾਜ਼ ਉਠਾਈ ਜੀ। ਭਾਰਤ ਕਿਉਂਕਿ 700 ਸਾਲ ਤੋਂ ਗੁਲਾਮ ਸੀ ਜੀ, ਤੇ ਇੱਥੇ ਜਦੋਂ ਬਾਬਰ ਨੇ ਵੀ ਹਮਲਾ ਕੀਤਾ, ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਤੇ ਗੁਰੂ ਨਾਨਕ ਸਾਹਿਬ ਨੂੰ ਉਸ ਵੇਲੇ ਜੇਲ੍ਹ ਕੱਟਣੀ ਪਈ ਜੀ, ਜੇਲ੍ਹ 'ਚ ਚੱਕੀਆਂ ਪੀਣੀਆਂ ਪਈਆਂ। ਇਹ ਠੀਕ ਹੈ ਕਿ ਜਗਤ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਦੀ ਜੋਤ ਸੀ ਜੀ, ਪਰ ਉਹਨਾਂ ਨੇ ਆਪਣੀ ਸਵੈ ਹੋਂਦ ਵਾਸਤੇ ਜੀ, ਆਪਣੀ ਵੱਖਰੀ ਪਹਿਚਾਣ ਵਾਸਤੇ, ਸੁਤੰਤਰਤਾ ਵਾਸਤੇ, ਆਜ਼ਾਦੀ ਵਾਸਤੇ ਜਿਹੜਾ ਉਸ ਵੇਲੇ ਨਾਰਾ ਦਿੱਤਾ, ਉਹਦੀ ਜਿਹੜੀ ਚਿਣਗ ਆ ਉਹ ਸਿੱਖਾਂ 'ਚ ਸੁਤੰਤਰ ਰੂਪ 'ਚ ਕਿਤੇ ਨਾ ਕਿਤੇ ਸਿੱਖ ਸਾਈਕੀ 'ਚ ਪਈ ਹੋਈ ਆ, ਉਹ ਨਿਕਲ ਨਹੀਂ ਸਕਦੀ ਜੀ। ਸਮੇਂ ਦੀਆਂ ਸਰਕਾਰਾਂ ਨੇ, ਕਿਉਂਕਿ ਹਮਲਾਵਰ ਤੇ ਬਾਰ-ਬਾਰ ਆਉਂਦੇ ਸੀ, ਬਿਲਕੁਲ, ਮੰਦਰ ਢਾਏ ਜਾਂਦੇ ਸੀ, ਮੂਰਤੀਆਂ ਤੋੜੀਆਂ ਜਾਂਦੀਆਂ ਸੀ, ਸੋਨਾ ਲੁੱਟ ਕੇ ਲੈ ਜਾਂਦਾ ਸੀ, ਗਜਨੀ ਦੇ ਬਾਜ਼ਾਰਾਂ 'ਚ ਭਾਰਤੀ ਤੀਵੀਆਂ ਜਿਹੜੀਆਂ ਨੇ ਉਹ ਟਕ-ਟਕੇ ਵਿਕਦੀਆਂ ਸੀ, ਕੋਈ ਇਹਨਾਂ ਦਾ ਜਵਾਬ ਦੇਣ ਵਾਲਾ ਨਹੀਂ ਸੀ। ਇਤਿਹਾਸ ਦਾ ਹਿੱਸਾ ਨੇ, ਇਤਿਹਾਸ ਦਾ ਹਿੱਸਾ। ਪਰ ਗੁਰੂ ਨਾਨਕ ਦੇਵ ਜੀ ਨੇ, ਮਹਾਰਾਜ ਨੇ ਜਿਹੜਾ ਨਾਨਕ ਨਿਰਮਲ ਪੰਥ ਚਲਾਇਆ, ਉਹਦਾ ਆਧਾਰ ਹੀ ਇਹ ਬਣ ਗਿਆ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਬਿਲਕੁਲ। ਉਹ ਗੁਰੂ ਨਾਨਕ ਦੀ ਜਿਹੜੀ ਚਿਣਕ ਲੱਗੀ ਹੋਈ ਸੀ, ਭਾਰਤ ਦੇ ਵਿੱਚ ਕੁਰਬਾਨੀ ਦਾ ਇਤਿਹਾਸ ਸੀ ਜੀ। ਕੁਰਬਾਨੀ ਕਿਸੇ ਦੀ ਦਿੱਤੀ ਜਾਂਦੀ ਆ, ਸ਼ਹਾਦਤ ਆਪਣੀ ਦੇਣੀ ਪੈਂਦੀ ਆ। ਬਿਲਕੁਲ ਬਿਲਕੁਲ। ਤੇ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਅਪਣਾਉਂਦਿਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਸ਼ਹਾਦਤ ਦਿੱਤੀ। ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ, ਜਿਨ੍ਹਾਂ ਬਾਰੇ ਬਹੁਤ ਵਧੀਆ ਕਿਹਾ, ਪ੍ਰਗਟ ਭਇਓ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਸਾਰੀ ਸ੍ਰਿਸ਼ਟੀ ਦੀ ਚਾਦਰ ਢੱਕਣ ਵਾਸਤੇ ਉਹਨਾਂ ਨੂੰ ਸ਼ਹਾਦਤ ਦੇਣੀ ਪਈ ਜੀ, ਤੇ ਉਹਨਾਂ ਦੇ ਪਿਆਰੇ ਸਿੱਖਾਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ। ਕਾਹਦੇ ਵਾਸਤੇ? ਆਪਣੀ ਹੋਂਦ ਵਾਸਤੇ ਜੀ, ਸੁਤੰਤਰ ਸਿੱਖ ਸੋਚ ਵਾਸਤੇ, ਸੁਤੰਤਰ ਸਿੱਖ ਪਹਿਚਾਣ ਵਾਸਤੇ। ਜਿਹੜੀ ਇਹ ਸਾਈਕੀ ਸੀ ਨਾ ਸਿੱਖਾਂ 'ਚ ਆ ਗਈ ਜੀ, ਇਹ ਭਾਰਤੀਆਂ ਨੂੰ ਪਸੰਦ ਨਹੀਂ ਸੀ ਹੈਗੀ। ਸਿੱਖਾਂ ਦਾ ਤੇ ਭਾਰਤੀਆਂ ਦਾ ਜਿਹੜਾ ਆਪਸੀ ਵਿਰੋਧ ਆ ਉਹ ਇਸ ਗੱਲ ਤੋਂ ਨਿਕਲਦਾ, ਹਕੂਮਤ ਨੂੰ ਜੀ। ਤੇ ਜਿਹੜੀ ਹਾਕਮ ਸ਼੍ਰੇਣੀ ਸੀ, 700 ਸਾਲ ਭਾਰਤ ਗੁਲਾਮ ਰਿਹਾ, ਫਿਰ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ, ਪਰ ਸਿੱਖ ਸਭ ਤੋਂ ਬਾਅਦ 'ਚ ਅੰਗਰੇਜ਼ ਰਾਜ ਦੇ ਅਧੀਨ ਆਉਂਦੇ ਆ, ਲਗਭਗ 100 ਸਾਲ ਬਾਅਦ। ਕਿਉਂਕਿ 50 ਸਾਲ ਲਾਹੌਰ ਦੇ ਕਿਲੇ ਤੇ ਕੇਸਰੀ ਪਰਚਮ ਝੁਲਦਾ ਰਿਹਾ, ਤੇ ਉਸ ਪਰਚਮ ਝੁਲਣ ਤੋਂ ਬਾਅਦ ਸਿੱਖਾਂ ਨੇ ਅਗਲੇ ਦਿਨ ਹੀ, ਜਿੱਦਣ ਅੰਗਰੇਜ਼ਾਂ ਦਾ ਕਬਜ਼ਾ ਹੋਇਆ, ਫਿਰ ਬਗਾਵਤ ਕਰਨੀ ਸ਼ੁਰੂ ਕਰ ਦਿੱਤੀ। ਉੱਥੋਂ ਸ਼ੁਰੂ ਹੋ ਗਿਆ ਕੰਮ। ਸਿੱਖ ਫਿਰ ਬਾਗੀ ਹੋ ਗਿਆ। ਸਿੱਖ ਸੋਚ ਦੇ ਵਿੱਚ ਉਹ ਚਿਣਗ ਪਈ ਸੀ। ਇਹ ਚਿਣਗ ਨੂੰ ਲੈ ਕੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ,
ਅੰਗਰੇਜ਼ਾਂ ਨੂੰ ਇੱਕ ਪਤਾ ਲੱਗ ਗਿਆ ਕਿ ਇਹਨਾਂ ਦੇ ਜਿਹੜੇ ਸੋਰਸ ਆਫ ਇਨਸਪੀਰੇਸ਼ਨ ਆ, ਪ੍ਰੇਰਨਾ ਦੇ ਸਰੋਤ ਨੇ, ਉਹ ਗੁਰਦੁਆਰੇ ਨੇ। ਹਾਂ, ਉਹਨਾਂ ਨੇ ਗੁਰਦੁਆਰਿਆਂ ਤੇ ਕਬਜ਼ਾ ਕਰ ਲਿਆ, ਮਹੰਤਾਂ ਰਾਹੀਂ, ਪੁਜਾਰੀਆਂ ਰਾਹੀਂ, ਸਰਬਰਾਹਾਂ ਰਾਹੀਂ, ਇੱਥੋਂ ਤੱਕ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਉਹਦੇ ਵਿੱਚ ਸੀ ਜੀ। ਤੇ ਸਰਬਰਾਹਾਂ ਰਾਹੀਂ ਉਹਨਾਂ ਨੇ ਆਪਣੀ ਜਿਹੜੀ ਸੀ ਸਿੱਖ ਸਿਧਾਂਤਾਂ 'ਚ, ਸਿੱਖ ਵਿਚਾਰਧਾਰਾ 'ਚ, ਸਿੱਖ ਇਤਿਹਾਸ 'ਚ, ਸਿੱਖ ਪਰੰਪਰਾਵਾਂ 'ਚ ਮਿਲਾਵਟ ਕਰਨੀ ਸ਼ੁਰੂ ਕਰ ਦਿੱਤੀ ਜੀ। ਜਿਹਦੇ ਵਿਰੁੱਧ ਸਿੰਘ ਸਭਾ ਲਹਿਰ ਉੱਠੀ, ਚੀਫ ਖਾਲਸਾ ਦੀਵਾਨ ਲਹਿਰ ਉੱਠੀ, ਜੀ। ਫਿਰ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਉੱਠੀ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ। ਅਸੀਂ ਅੱਜ ਨਹੀਂ ਅਹਿਸਾਸ ਕਰਦੇ, ਗੁਲਾਮ ਭਾਰਤ ਜੀ, ਆਜ਼ਾਦ ਸਿੱਖ ਸੰਸਥਾ, ਇਹ ਪਹਿਲੀ ਜਿੱਤ ਸੀ, ਪਹਿਲੀ ਜਿੱਤ ਸੀ। ਹਾਂ। ਤੇ ਮਹਾਤਮਾ ਗਾਂਧੀ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪਿਆ ਕਿ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ। ਜਿੱਤੀ ਗਈ ਹੈ। ਠੀਕ ਹੈ, ਆਜ਼ਾਦ ਸਿੱਖ ਸੰਸਥਾ ਹੋਂਦ ਵਿੱਚ ਆਉਂਦੀ ਹੈ ਜੀ। ਤੇ ਉਹ ਆਜ਼ਾਦ ਸਿੱਖ ਸੰਸਥਾ ਦਾ ਪਹਿਲਾ ਰੈਜੂਲੇਸ਼ਨ ਹੈ ਕਿ ਪੰਜਾਬੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਕੰਮ ਪੰਜਾਬੀ 'ਚ ਕੀਤਾ ਜਾਏਗਾ। ਅੱਛਾ। ਮਾਂ ਬੋਲੀ ਨਾਲ ਜੋੜਿਆ ਗਿਆ। ਜਿੰਨਾ ਚਿਰ ਅਸੀਂ ਮਾਂ ਬੋਲੀ ਨਾਲ ਨਹੀਂ ਜੋੜਦੇ, ਉਹਨਾਂ ਚਿਰ ਅਸੀਂ ਵਿਰਸੇ ਨਾਲ ਨਹੀਂ ਜੋੜ ਸਕਦੇ। ਇਹ ਰਿਕਾਰਡ 'ਚ ਦਰਜ ਹੈ। ਯੈਸ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮਤੇ ਨੇ, ਰੈਜੂਲੇਸ਼ਨ ਨੇ, ਸ਼ਮਸ਼ੇਰ ਸਿੰਘ ਅਸ਼ੋਕ ਨੇ 50 ਸਾਲਾ ਇਤਿਹਾਸ ਲਿਖਿਆ, ਉਹਦੇ ਵਿੱਚ ਦਰਜ ਹੈ। ਜੀ। ਤੇ ਉਹ ਮੇਰਾ ਕਹਿਣ ਤੋਂ ਭਾਵ ਆ ਕਿ ਬੋਲੀ ਨਾਲ ਜੁੜ ਗਏ, ਗੁਰਦੁਆਰਿਆਂ ਦਾ ਪ੍ਰਬੰਧ ਆ ਗਿਆ, ਸਾਡੀ ਇੱਕ ਵੱਖਰੀ ਆਇਡੈਂਟੀਟੀ ਬਣ ਗਈ। ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਅਸੀਂ ਫਿਰ ਨਿਗਾਹ 'ਚ ਆ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਗੈਰ ਕਾਨੂੰਨੀ ਐਲਾਨਤਾ। ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਣਿਆ। ਜੀ। ਉਹ ਖੜਗ ਪੂਜਾ ਸਮਝੀ ਜਾਂਦੀ ਸੀ ਸ਼੍ਰੋਮਣੀ ਕਮੇਟੀ ਦੀ, ਉਹਨੂੰ ਵੀ ਗੈਰ ਕਾਨੂੰਨੀ ਐਲਾਨਤਾ, ਸਾਰੇ ਨੇਤਾ ਜੇਲ੍ਹ 'ਚ ਪਾ ਦਿੱਤੇ। ਜੀ। ਸਿੱਖਾਂ ਨੂੰ ਦਬਾਉਣ ਲਈ ਕੋਈ ਸਮਾਂ ਨਹੀਂ ਛੱਡਿਆ ਹਾਕਮਾਂ ਨੇ ਕਿ ਇਹਨਾਂ ਨੂੰ ਦਬਾਇਆ ਕਿੱਦਾਂ ਜਾ ਸਕਦਾ। ਫਿਰ 1947 ਆ ਗਿਆ। ਜੀ। 1947 ਦੇ ਵਿੱਚ ਇਹ ਕਿਹਾ ਗਿਆ ਕਿ ਆਜ਼ਾਦ ਭਾਰਤ ਦੇ ਵਿੱਚ ਇੱਕ ਆਜ਼ਾਦ ਖਿੱਤਾ ਹੋਏਗਾ ਜਿੱਥੇ ਸਿੱਖ ਵੀ ਜਿਹੜੇ ਆ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਤੁਰੰਤ ਅਨਾਉਂਸਮੈਂਟ ਹੋਈ। ਇਹ ਅਨਾਉਂਸਮੈਂਟ ਸੀ। ਪਰ ਹੋਇਆ ਕਿ ਆਜ਼ਾਦ ਭਾਰਤ ਦੇ ਵਿੱਚ ਸਿੱਖਾਂ ਨੂੰ ਜਰਾਇਮ ਪੇਸ਼ਾ ਘੋਸ਼ਿਤ ਕਰ ਦਿੱਤਾ। ਉਹ ਚਿੱਠੀ ਵਾਇਰਲ ਹੋ ਗਈ। ਉਹ ਵਾਇਰਲ ਹੋ ਗਈ। ਜੀ। ਉਹਦੇ ਪਿੱਛੇ ਸਰਦਾਰ ਕਪੂਰ ਸਿੰਘ ਨੂੰ ICS ਨੂੰ ਛੱਡਣਾ ਪਿਆ। ਆਪਣਾ ਅਹੁਦਾ ਛੱਡਣਾ ਪਿਆ। ਉਸ ਵੇਲੇ ICS ਦਾ ਅਹੁਦਾ ਛੱਡਣਾ ਪਿਆ, ਬਿਲਕੁਲ, ਕਿਉਂਕਿ ਸਿੱਖ ਸੋਚ ਦੀ ਜਿਹੜੀ ਸਾਈਕੀ ਸੀ ਉਹਦੇ ਵਿੱਚ ਸੁਤੰਤਰਤਾ ਦੇ ਬੀਜ ਬੋਏ ਸੀ। ਉਹ ਬੀਜ ਗੁਰੂ ਨਾਨਕ ਨੇ ਬੋਏ ਸੀ, ਉਹ ਬੀਜ ਨਹੀਂ ਨਿਕਲ ਸਕਦਾ। ਇਹ ਚਲਦਿਆਂ ਸਿੱਖਾਂ ਨੂੰ ਸਬਕ ਸਿਖਾਉਣ ਲਈ ਹਮੇਸ਼ਾ ਹਾਕਮ ਸ਼੍ਰੇਣੀਆਂ ਨੇ ਰੋਲ ਅਦਾ ਕੀਤਾ। ਉਹਦੇ ਨਾਲ ਸਿੱਖਾਂ ਨੂੰ ਸਬਕ ਸਿਖਾਉਣਾ ਸੀ ਜੀ, ਪਰ ਨਾਲ ਦੀ ਨਾਲ ਪੰਜਾਬੀਆਂ ਨੂੰ ਵੀ ਸਿਖਾਇਆ ਗਿਆ। ਪੂਰਾ ਖਿੱਤਾ ਹੀ ਧੁਖਦਾ ਰਿਹਾ। ਪੀੜਤ ਹੋ ਗਏ ਪੰਜਾਬੀ ਵੀ, ਕਿਉਂਕਿ ਪੰਜਾਬ ਜਿਹੜਾ ਸੀ ਇਹਨੂੰ ਅਲੱਗ ਦੇਸ਼ ਮੰਨਿਆ ਜਾਂਦਾ ਸੀ। ਬਿਲਕੁਲ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਪੰਜਾਬ ਉਦੋਂ ਵੀ ਆਜ਼ਾਦ ਸਟੇਟ ਦੇ ਵਜੋਂ ਸੀ, ਸਟੇਟ ਵਿਦਨ ਸਟੇਟ ਸੀ। ਮੈਂ ਇਹ ਵੀ ਦੱਸ ਦਿਆਂ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਜੀ, ਉਹ ਵੀ ਕਨਸੈਪਟ ਕੀ ਸੀ? ਸੋਵਰਨਟੀ ਦਾ, ਸੁਤੰਤਰਤਾ ਦਾ। ਸੁਤੰਤਰ ਸਿੱਖ ਸੋਚ ਨੂੰ, ਇਹ ਸ਼ਬਦ ਬੜੇ ਜ਼ਰੂਰੀ ਨੇ ਨੋਟ ਕਰਨ ਵਾਲੇ, ਸੁਤੰਤਰ ਸਿੱਖ ਸੋਚ ਨੂੰ ਰੀਪ੍ਰਜੈਂਟ ਕਰਨ ਵਾਸਤੇ ਸੁਤੰਤਰ ਸਿੱਖ ਸੰਸਥਾ ਦਾ ਨਿਰਮਾਣ ਕੀਤਾ ਅਕਾਲ ਤਖਤ ਸਾਹਿਬ ਦਾ। ਜੀ। ਸਾਵਰਨ ਸੀਟ ਸੀ, ਰਾਜ ਜਹਾਂਗੀਰ ਦਾ ਹੋਵੇ, ਬਾਦਸ਼ਾਹ ਉਹਦੀ ਹੋਵੇ, ਤਖਤ ਦਾ ਨਿਰਮਾਣ ਅੰਮ੍ਰਿਤਸਰ 'ਚ ਹੋ ਰਿਹਾ ਹੋਵੇ ਜੀ, ਤੇ ਕੋਈ ਨਹੀਂ ਬਰਦਾਸ਼ਤ ਕਰੇਗਾ। ਮਤਲਬ ਉਹ ਇੱਕ ਟਕਰਾਅ ਸ਼ੁਰੂ ਹੋ ਜਾਂਦਾ ਹੈ। ਔਰ ਟਕਰਾਅ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਗਿਆ ਜੀ। ਵਿਚਾਰਧਾਰਕ ਟਕਰਾਅ ਜਿਹੜਾ ਸੀ, ਆਈਡੀਓਲੋਜੀ ਦਾ ਟਕਰਾਅ ਸੀ, ਉਹ ਸ਼ੁਰੂ ਹੋ ਗਿਆ। ਪਰ ਜਿਹੜੀ ਗੁਰੂ ਨਾਨਕ ਦੀ ਆਈਡੀਓਲੋਜੀ ਸੀ ਉਹ ਬ੍ਰਹਮੰਡੀ ਸੀ, ਉਹ ਦਬਾਈ ਨਹੀਂ ਸੀ ਜਾ ਸਕਦੀ ਜੀ। ਯਤਨ ਕਰਦੀਆਂ ਨੇ ਹਾਕਮਾਂ ਸ਼੍ਰੇਣੀਆਂ ਸਮੇਂ-ਸਮੇਂ ਉਹਨੂੰ ਦਬਾਉਣ ਦਾ। ਉਸ ਨੂੰ ਦਬਾਉਣ ਵਾਸਤੇ ਆਪਰੇਸ਼ਨ ਬਲੂ ਸਟਾਰ ਵੀ ਉਹਦਾ ਹਿੱਸਾ ਬਣਦਾ। ਅੱਛਾ, ਤੁਸੀਂ ਗੱਲ ਬੜੀ ਵਿਸਥਾਰ ਚ ਲੈ ਹੋ ਔਰ ਇੱਕ ਗੱਲ ਨੂੰ ਵਿੱਚੋਂ ਕੱਢਿਆ ਨਹੀਂ ਜਾ ਸਕਦਾ, ਸੀਕੁਐਂਸ ਐਵੇਂ ਤੁਸੀਂ ਬਣਾਤਾ ਹੈ। ਪਰ ਡਾਕਟਰ ਸਾਹਿਬ ਇੱਕ ਸਵਾਲ ਖੜਾ ਹੋ ਜਾਂਦਾ ਹੈ ਕਿ ਜਿਹੜੀਆਂ ਉਹ ਕੁਰਬਾਨੀਆਂ ਸੀ, ਉਹ ਕੁਰਬਾਨੀਆਂ ਸ਼ੁਰੂਆਤੀ ਬੜੇ ਵੱਡੇ ਕਾਜ ਲਈ ਸੀ, ਸੰਕੇਤਕ ਸੀ, ਸਾਡੇ ਅੰਦਰ ਉਹ ਬੀਜ ਪ੍ਰੇਰਨਾ ਦੇ ਦੇਣ ਲਈ। ਲੇਕਿਨ ਅੱਗੇ ਆ ਕੇ ਜਦੋਂ ਆਜ਼ਾਦ ਭਾਰਤ ਤੋਂ ਬਾਅਦ ਜਾਂ ਜਿਹੜੀ ਇਹ 84 ਦਾ ਦੌਰ ਬੀਤਦਾ ਹੈ, ਇਹਦੇ ਵਿੱਚ ਇੱਕ ਭਾਵਨਾ ਉੱਠਣੀ ਸ਼ੁਰੂ ਹੋ ਗਈ ਕਿ ਜਿਹੜੇ ਹਕੂਮਤ ਵਾਲੇ ਸੀ ਉਹਨਾਂ ਨੇ ਤਹਈਆ ਕਰ ਲਿਆ ਸੀ ਵੀ ਅਸੀਂ ਇਹ ਕਰਨਾ ਹੈ, ਇਹ ਸਾਨੂੰ ਵਾਰਾ ਖਾਂਦਾ ਹੈ।
ਸਾਨੂੰ ਇਸ ਘੱਟ ਗਿਣਤੀ ਦੇ ਉੱਤੇ ਇਸ ਤਰ੍ਹਾਂ ਦਾ ਕੁਝ ਕੀਤਿਆਂ ਫਾਇਦਾ ਹੁੰਦਾ। ਜਿਹੜੇ ਸਾਡੇ ਵਾਲੇ ਸੀ, ਤੁਸੀਂ ਇੱਕ ਗੱਲ ਆਫ ਦਾ ਰਿਕਾਰਡ ਬੜੀ ਸੋਹਣੀ ਕਹੀ ਸੀ ਕਿ ਮੈਨੂੰ ਬੜੀ ਪਰੇਸ਼ਾਨੀ ਹੁੰਦੀ ਇਤਿਹਾਸ ਚੋਂ ਲੰਘਦਿਆਂ ਕਿ ਸਾਡੇ ਰਾਜ ਇੰਨੀ ਛੇਤੀ ਕਿਵੇਂ ਚਲੇ ਗਏ। ਮਤਲਬ ਅਸੀਂ ਆਪਣਾ ਬੌਧਿਕ ਪੱਖ ਤੋਂ ਉਹਨਾਂ ਵਿਕਾਸ ਨਾ ਕਰ ਸਕੇ ਜਿਹਦੀਆਂ ਨੀਹਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੋਵੇ, ਸ਼ਬਦ ਗੁਰੂ ਦਾ ਕਨਸੈਪਟ ਹੋਵੇ, ਤੇ ਸਾਡੇ ਵਿੱਚ ਇਹ ਸਮਝਣ ਸੋਚਣ ਦੀ ਸਮਰੱਥਾ ਹੀ ਨਾ ਹੋਵੇ ਕਿ ਜਿਹੜਾ ਦੁਸ਼ਮਣ ਹੈ, ਜਿਹੜਾ ਹੁਣ ਸਾਹਮਣੇ ਨਜ਼ਰ ਆ ਰਿਹਾ, ਉਹ ਜੋ ਚਾਹ ਰਿਹਾ ਅਸੀਂ ਉਹਦੇ ਅਨੁਸਾਰ ਹੀ ਚਲੇ ਜਾਈਏ ਤੇ ਉਹਨਾਂ ਦੀਆਂ ਚਾਲਾਂ 'ਚ ਫਸ ਕੇ ਅਸੀਂ ਉਹਦਾ ਇੱਕ ਟੂਲ ਬਣ ਜਾਈਏ, ਅਸੀਂ ਉਹਨੂੰ ਮੌਕੇ ਫਰਾਹਮ ਕਰ ਦਈਏ ਕਿ ਲੈ ਬਈ ਇਹ ਅਸਾਮੀ ਜੰਗ, ਇਹ ਇੱਕ ਪਾਸੇ ਸਟੇਟ, ਦੂਜੇ ਬੰਨੇ ਚੰਦਕੂ ਲੋਕ, ਫਿਰ ਅਸੀਂ ਉਹ ਜਗ੍ਹਾ ਜਿੱਥੇ ਅਸੀਂ ਹਰ ਦਿਨ ਲੇਟ ਕੇ ਮੱਥਾ ਟੇਕਦੇ ਆ ਉੱਥੇ ਫਿਰ ਖੂਨ ਡੁੱਲਣਾ, ਕਈ ਚੀਜ਼ਾਂ ਜੇ ਕ੍ਰਿਟੀਕਲੀ ਸੋਚਾਂਗੇ ਤੇ ਇਹ ਆਉਣਗੇ। ਜੇ ਭਾਵਨਾਤਮਕ, ਸ਼ਰਧਾਤਮਕ, ਅਧਿਆਤਮਿਕ ਤੌਰ ਤੇ ਜਾਵਾਂਗੇ, ਸ਼ਾਇਦ ਮੈਨੂੰ ਲੱਗਦਾ ਹੈ ਕਿ ਅਸੀਂ ਉਦੋਂ ਅੱਖਾਂ ਤੇ ਪੱਟੀ ਬੰਨ ਲਾਂਗੇ। ਇਹ ਸਵਾਲ ਵੱਡੇ ਨੇ, ਕੌਮੀ ਨੁਕਸਾਨ ਹੋਏ। ਦੇਖੋ, ਕੌਮੀ ਨੁਕਸਾਨ ਬਹੁਤ ਵੱਡੇ ਹੋਏ ਆ ਜੀ। ਮੈਂ ਜਿਹੜੀ ਤੁਸੀਂ ਬੌਧਿਕ ਪੱਖ ਦੀ ਗੱਲ ਕਰਦੇ ਹੋ, ਗੁਰੂ ਨਾਨਕ ਦਾ ਜਿਹੜਾ ਧਰਮ ਆ ਜੀ, ਇਹਦੇ ਵਿੱਚ ਗਿਆਨ ਦੀ ਪ੍ਰਧਾਨਤਾ ਵਾ, ਬਿਲਕੁਲ, ਸ਼ਬਦ ਦੀ ਪ੍ਰਧਾਨਤਾ ਵਾ, ਵਿਚਾਰਧਾਰਾ ਦੀ ਪ੍ਰਧਾਨਤਾ ਜੀ। ਵਾ। ਬਾਬਾ ਕਬੀਰ ਜੀ ਤਾਂ ਇੱਥੋਂ ਤੱਕ ਕਹਿੰਦੇ ਆ ਕਿ ਕਬੀਰ ਜਹਾਂ ਗਿਆਨ ਤਹਿ ਧਰਮ ਹੈ ਜੀ, ਕਿ ਜਿੱਥੇ ਗਿਆਨ ਨਹੀਂ ਨਾ ਹੈਗਾ ਉੱਥੇ ਧਰਮ ਵੀ ਨਹੀਂ ਹੋ ਸਕਦਾ। ਕਮਾਲ ਕਨਸੈਪਟ। ਬਾਬਾ ਕਬੀਰ ਜੀ ਦਾ ਕਥਨ ਆ, ਮੇਰਾ ਨਹੀਂ ਹੈਗਾ। ਜੀ। ਬਾਬਾ ਕਬੀਰ ਜੀ ਕਹਿੰਦੇ ਆ ਕਿ ਜਿੱਥੇ ਗਿਆਨ ਨਹੀਂ ਹੈਗਾ, ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਜਹਾਂ ਗਿਆਨ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਗਿਆਨਹੀਣੀ ਅਗਿਆਨ ਪੂਜਾ, ਅੰਧ ਵਰਤਾਰਾ ਭਉ ਹੈ ਦੂਜਾ। ਗਿਆਨ ਤੋਂ ਬਿਨਾਂ ਪੂਜਾ ਵੀ ਨਹੀਂ ਹੋ ਸਕਦੀ। ਜੀ। ਸਿੱਖਾਂ ਦੀ ਜਿਹੜੀ ਮੈਨੂੰ ਅੱਜ ਲੱਗਦੀ ਆ ਥੋੜੀ ਜਿਹੀ ਬਦਕਿਸਮਤੀ, ਜੀ, ਸਿੱਖਾਂ ਨੇ ਪੜ੍ਹਨਾ ਲਿਖਣਾ ਛੱਡ ਦਿੱਤਾ। ਸ਼ਬਦ ਨਾਲ ਜੁੜਨ ਲਈ ਪੜ੍ਹਨਾ ਪੈਣਾ, ਸੱਚ ਇਹੀ ਹੈ। ਵਿਚਾਰਧਾਰਾ ਨਾਲ ਜੁੜਨ ਲਈ ਪੜ੍ਹਨਾ ਪੈਣਾ। ਜੀ। ਭਾਵਨਾ ਬਹੁਤ ਜ਼ਰੂਰੀ ਆ, ਪਿਆਰ ਕਰਨਾ ਬਹੁਤ ਜ਼ਰੂਰੀ ਆ, ਸ਼ਰਧਾ ਸਤਿਕਾਰ ਬਹੁਤ ਜ਼ਰੂਰੀ ਆ, ਜੀ। ਪਰ ਅਸੀਂ ਪੜ੍ਹਨਾ ਛੱਡ ਦਿੱਤਾ। ਮੈਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਬਾਰੇ, ਜੀ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ 1873 ਤੋਂ ਲੈ ਕੇ 2011 ਤੱਕ ਹੁਕਮਨਾਮਿਆਂ ਦਾ ਸੰਗ੍ਰਹਿ ਵੀ ਕੀਤਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਬਾਰੇ ਵੀ ਲਿਖਿਆ, ਲਗਭਗ 150 ਗੁਰਦੁਆਰੇ ਬਾਰੇ ਲਿਖਿਆ। ਮੈਂ ਜੋ ਮਹਿਸੂਸ ਕੀਤਾ, ਮੈਂ ਤੁਹਾਨੂੰ ਸੱਚ ਕਹਿ ਰਿਹਾ ਕਿ ਸਿੱਖਾਂ ਦੀ ਅੱਜ ਪੜ੍ਹਨ ਦੀ ਰੁਚੀ ਬਹੁਤ ਥੱਲੇ ਜਾ ਚੁੱਕੀ ਹੈ। ਮੈਂ ਸਰੋਤਿਆਂ ਨੂੰ, ਦਰਸ਼ਕਾਂ ਨੂੰ ਇਹ ਦੱਸਦਿਆਂ ਇਹ ਸਾਂਝ ਪਾ ਲਵਾਂ ਕਿ ਡਾਕਟਰ ਰੂਪ ਸਿੰਘ ਪਹਿਲੇ ਮੁੱਖ ਸਕੱਤਰ ਨੇ, ਵੱਡੇ ਪ੍ਰਬੰਧਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜਿਹੜੇ ਪੜ੍ਹਨ ਲਿਖਣ ਵਾਲੇ ਪਾਸਿਓਂ ਦਾਖਲ ਹੁੰਦੇ ਆ ਸ਼੍ਰੋਮਣੀ ਕਮੇਟੀ 'ਚ, ਸਿੱਖ ਇਤਿਹਾਸ ਰਿਸਰਚ ਬੋਰਡ ਤੋਂ ਲੈ ਕੇ, ਔਰ ਲਗਾਤਾਰ ਭਾਵੇਂ ਕਿਸੇ ਵੀ ਅਹੁਦੇ ਤੇ ਰਹੇ ਆ, ਕਿਤਾਬ ਛਾਪਣ ਨਾਲ ਵੀ ਸੰਪਰਕ 'ਚ ਰਹੇ ਆ। ਔਰ ਬੜੀ ਵੱਡੀ ਗੱਲ ਆ ਕਿ ਕੋਈ ਸਕੱਤਰ ਹੁੰਦਿਆਂ ਨਾਲ ਕੋਈ ਰਚਨਾ ਕਰ ਰਿਹਾ ਹੋਵੇ, ਵੱਖ-ਵੱਖ ਮੌਕਿਆਂ ਤੇ ਅਖਬਾਰਾਂ 'ਚ ਛਪ ਰਿਹਾ ਹੋਵੇ। ਅਸੀਂ ਅਕਸਰ ਆਲੋਚਨਾ ਕਰਦੇ ਹਾਂ, ਮੇਰੀ ਵੀ ਕਰੋਗੇ ਤੁਸੀਂ, ਮੈਂ ਡਾਕਟਰ ਰੂਪ ਸਿੰਘ ਤੋਂ ਕੁਝ ਲੈਣਾ ਤਾਂ ਹੈ ਨਹੀਂ। ਤੇ ਮੈਨੂੰ ਇੰਝ ਲੱਗਦਾ ਕਿ ਜੇ ਕੋਈ ਕਿਧਰੇ ਹਰਿਆ ਬੂਟਾ ਹੈ ਤੇ ਚਲੋ ਉਹਨੂੰ ਸਿੰਜੀਏ, ਪਾਣੀ ਪਾਈਏ। ਦੂਜੀ ਗੱਲ ਇਹ ਆ ਜਿਹੜੀ ਗੱਲ ਡਾਕਟਰ ਰੂਪ ਸਿੰਘ ਕਰ ਰਹੇ ਆ ਕਿ ਸ਼ਬਦ ਨਾਲ ਜੁੜ ਕੇ, ਸ਼ਬਦ ਨੂੰ ਮੱਥਾ ਟੇਕ ਕੇ ਤੇ ਸ਼ਬਦ ਦੀ ਧਾਰਾ 'ਚ ਬਹਿ ਕੇ ਅਸੀਂ ਨਿਸ਼ਬਦ ਹੋ ਗਏ। ਮੈਨੂੰ ਲੱਗਦਾ ਕਿ ਅਸੀਂ ਬੋਲਣ ਲੱਗਿਆਂ ਵੀ ਹੁਣ ਉਹਨੇ ਕੀ ਲਫ਼ਜ਼ ਆ ਸਾਡੇ ਕੋਲ, ਮੇਰੇ ਕੋਲ ਵੀ ਉਹਨੇ, ਮੈਂ ਵੀ ਰਿਪੀਟ ਕਰਦਾ ਰਹਿਣਾ। ਸਾਡੀ ਕੀ ਔਕਾਤ ਹੈ? ਸਾਡੀ ਇਹ ਸਭ ਤੋਂ ਵੱਡੀ ਮੁਸ਼ਕਲ ਹੈ ਕਿ ਅਸੀਂ ਇਤਿਹਾਸ ਤੋਂ ਸਿੱਖਦੇ ਨਹੀਂ, ਵਰਤਮਾਨ 'ਚ ਜੀਂਦੇ ਨਹੀਂ, ਫਿਊਚਰ ਵਿਉਂਤ ਹੀ ਨਹੀਂ ਸਕਦੇ ਅਸੀਂ। ਸੋ ਡਾਕਟਰ ਸਾਹਿਬ, ਇਹ ਸੰਕਟ 'ਚੋਂ ਉੱਭਰਨ ਲਈ ਦੇਖੋ ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੇਖੋ ਤੁਸੀਂ ਜਿੱਥੇ ਬੈਠੇ ਹੋ ਤੁਹਾਡੇ ਕੋਲ ਪ੍ਰਚਾਰਕ ਸ਼੍ਰੇਣੀ ਹੈ ਜਿਹਨੇ ਧਰਮ ਪ੍ਰਚਾਰ ਕਰਨਾ ਹੈ। ਤੁਹਾਡੇ ਕੋਲ ਉਹ ਸਾਰੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਜਿਹੜੀਆਂ ਵੱਡੀਆਂ ਸੰਸਥਾਵਾਂ ਸੀਗੀਆਂ, ਢਾਡੀਆਂ ਦੇ ਰੂਪ 'ਚ, ਕਵੀਸ਼ਰਾਂ ਦੇ ਰੂਪ ਦੇ ਵਿੱਚ, ਜੇਕਰ ਇਹਨਾਂ ਲੋਕਾਂ ਨੂੰ ਵੀ ਅਸੀਂ ਇਤਿਹਾਸ ਨਾਲ ਨਹੀਂ ਜੋੜ ਸਕਦੇ ਤੇ ਅਸੀਂ ਲੋਕਾਂ ਨੂੰ ਇਹਦੇ ਲਈ ਕੀ ਕਰ ਰਹੇ ਹੋ? ਜਾਂ ਚਲੋ ਮੈਂ ਤੁਹਾਨੂੰ ਮੌਲਿਕ ਚੀਜ਼ ਤੇ ਲੈਵਾਂ, ਜਿੱਥੋਂ ਤੁਸੀਂ ਛੱਡਿਆ ਸੀ ਉੱਥੋਂ ਹੀ ਸ਼ੁਰੂ ਕਰ ਲਓ, ਮੈਂ ਸਵਾਲ ਨਾ ਕਰਾਂ। ਮੈਂ ਇਹ ਕਹਿ ਰਿਹਾ ਸੀ ਕਿ ਸਾਡਾ ਪੜ੍ਹਨ ਲਿਖਣ ਦੇ ਨਾਲ ਰਾਬਤਾ ਘਟਦਾ ਗਿਆ ਜੀ। ਸਿੱਖਾਂ ਦੀ ਇਹ ਸੰਸਥਾ, ਸਾਡੀ ਸੰਸਥਾ, ਮੇਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ, ਇਹਦਾ ਪੂਰਾ ਨਾਮ ਆ। ਇਹ ਸੰਸਥਾ ਸਿੱਖਾਂ ਦੇ ਸਿਰਾਂ ਤੇ ਸਿਰਜੀ ਗਈ, ਬਿਲਕੁਲ ਸਾਡੇ ਬਜ਼ੁਰਗਾਂ ਦੇ ਸਿਰਾਂ ਤੇ ਸਿਰਜੀ ਗਈ, ਸਾਡੀ ਸੰਸਥਾ ਵਾ। ਇਹਦੀ ਆਲੋਚਨਾ ਬਹੁਤ ਹੋ ਰਹੀ ਹੈ, ਮੈਂ ਕਹਿੰਦਾ ਆਲੋਚਨਾ ਹੋਣੀ ਚਾਹੀਦੀ ਆ, ਹੈਲਦੀ ਆਲੋਚਨਾ ਹੋਣੀ ਚਾਹੀਦੀ ਹੈ। ਜਿਹੜੇ ਵੱਡੇ ਕਾਰਜ ਕਰਦੇ ਨੇ ਇਹਨਾਂ ਦੀ ਵੱਡੀ ਆਲੋਚਨਾ ਹੁੰਦੀ ਆ ਜੀ, ਹੋਣੀ ਚਾਹੀਦੀ ਆ, ਪਰ ਕੇਵਲ ਰਾਜਸੀਕਰਨਾ ਕਰਕੇ ਆਲੋਚਨਾ ਨਹੀਂ ਹੋਣੀ ਚਾਹੀਦੀ। ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੱਛਾ ਇੱਕ ਸੈਕਿੰਡ, ਤੁਸੀਂ ਉੱਥੋਂ ਸ਼ੁਰੂ ਕਰ ਲਿਓ, ਪਰ ਮੇਰਾ ਸਵਾਲ ਜ਼ਰੂਰ ਹੈ ਕਿਉਂਕਿ ਮੇਰੇ ਤੇ ਹਰਫ ਆਊਗਾ ਜੇ ਨਾ ਮੈਂ ਕੀਤਾ।
ਸਾਰੀ ਰਾਜਨੀਤੀ ਤੇ ਸ਼੍ਰੋਮਣੀ ਕਮੇਟੀ ਚ ਆ ਗਈ ਤੇ ਫਿਰ ਰਾਜਨੀਤਿਕ ਬਹਿਸ ਕਿਉਂ ਨਾ ਹੋਵੇ ਤੇ ਇਲਜ਼ਾਮ ਤਰਾਸ਼ੀ ਕਿਉਂ ਨਾ ਹੋਵੇ, ਇਹਦਾ ਤੁਸੀਂ ਜਵਾਬ ਬਾਅਦ ਚ ਦਿਓ। ਮੈਂ ਜ਼ਰੂਰ ਦਿਆਂਗਾ। ਹਾਂ, ਇਹ ਤੁਸੀਂ ਜਿਹੜੀ ਗੱਲ ਕਰਨ ਲੱਗੇ ਮੈਂ ਜ਼ਰੂਰ ਦਿਆਂਗਾ। ਹਾਂ, ਅੱਗੇ ਚੱਲੀਏ। ਮੈਂ ਇੱਕ ਗੱਲ ਕਹਿ ਰਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 15 ਨਵੰਬਰ 1920 ਨੂੰ ਹੋਂਦ ਚ ਆਈ ਜੀ। ਮੈਂ ਇਤਿਹਾਸਕ ਫੈਕਟ ਦਿਆਂਗਾ, ਪੱਕਾ। ਕਿਸੇ ਨੂੰ ਗੁੱਸਾ ਲੱਗੇ ਕੁਛ ਲੱਗੇ, ਮੈਂ ਨਹੀਂ ਕਰ ਚਿੰਤਾ ਨਹੀਂ ਹੋਵੇਗੀ ਕਿ 15 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਹੋਂਦ ਚ ਆਈ। ਸਰਦਾਰ ਸੁੰਦਰ ਸਿੰਘ ਮਜੀਠੀਆ ਪ੍ਰਧਾਨ ਬਣੇ ਜੀ। ਉਹ ਉਸ ਵੇਲੇ ਦੇ ਗ੍ਰੈਜੂਏਟ ਸੀ, ਲਾ ਗ੍ਰੈਜੂਏਟ ਸੀ ਜੀ। 175 ਮੈਂਬਰ ਚੁਣੇ ਗਏ ਜੀ। ਉਹਨਾਂ ਦੀ ਸੋਧ ਹੋਣੀ ਸੀ। ਜਿਹੜੀ ਮੈਂ ਗੱਲ ਕਹਿਣ ਲੱਗਾ ਖਿਆਲ ਨਾਲ ਸੁਣਿਓ ਕਿ ਸੋਧ ਹੋਣੀ ਸੀ ਜੀ। ਸੋਧ ਵਾਸਤੇ 5 ਪਿਆਰੇ ਚੁਣੇ ਗਏ। 5 ਪਿਆਰਿਆਂ ਚੋਂ ਉਸ ਵੇਲੇ 3 ਪਿਆਰੇ ਡਬਲ ਐਮਏ ਸੀ। ਅੱਛਾ। ਪ੍ਰਿੰਸੀਪਲ ਤੇਜਾ ਸਿੰਘ, ਬਾਬਾ ਹਰਕ੍ਰਿਸ਼ਨ ਸਿੰਘ ਵਰਗੀਆਂ ਸ਼ਖਸੀਅਤਾਂ ਉਹਨਾਂ 5 ਪਿਆਰਿਆਂ 'ਚ ਸ਼ਾਮਲ ਸੀ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਸੈਕਟਰੀ ਬਣੇ ਮਾਸਟਰ ਤਾਰਾ ਸਿੰਘ ਜੀ, ਜਿਨ੍ਹਾਂ ਨੂੰ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ, ਗ੍ਰੈਜੂਏਟ। ਦੂਸਰੇ ਪ੍ਰਧਾਨ ਬਣੇ ਸੁੰਦਰ ਸਿੰਘ ਰਾਮਗੜੀਆ ਜੀ, ਗ੍ਰੈਜੂਏਟ, ਉਸ ਵੇਲੇ ਲਾ ਗ੍ਰੈਜੂਏਟ। ਬਾਬਾ ਖੜਕ ਸਿੰਘ ਪ੍ਰਧਾਨ ਬਣੇ, ਲਾ ਗ੍ਰੈਜੂਏਟ। ਮੇਰਾ ਕਹਿਣ ਤੋਂ ਸਿਰਫ ਇੱਕੋ ਮੰਤਵ ਆ। ਫਿਰ ਸੈਕਟਰੀ ਬਣੇ ਪ੍ਰੋਫੈਸਰ ਸਾਹਿਬ ਸਿੰਘ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੁਕੰਮਲ ਟੀਕਾ ਕੀਤਾ ਦਰਪਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਜੀ, ਉਹ ਵੀ ਗ੍ਰੈਜੂਏਟ। ਉਸ ਵੇਲੇ ਪੜ੍ਹਿਆਂ ਲਿਖਿਆਂ ਦੀ ਪੂਰੀ ਟੀਮ ਸੀ। ਅੱਜ ਸਾਡੀ ਸਥਿਤੀ ਉਹ ਨਹੀਂ ਹੈਗੀ। ਇਹਦੇ ਕਾਰਨ ਮੈਂ ਇਹਨੂੰ ਇਸ ਤਰ੍ਹਾਂ ਮਹਿਸੂਸ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਭਾਵਨਾ ਦੇ ਨਾਲ ਬਣੀ, ਜਿਸ ਪਵਿੱਤਰ ਸੋਚ ਦੇ ਨਾਲ ਬਣੀ, ਉਸ ਪਵਿੱਤਰ ਸੋਚ ਦੇ ਨਾਲ ਏਡੀ ਵੱਡੀ ਸੰਸਥਾ, ਬਹੁਤ ਵੱਡੇ ਕਾਰਜ ਕੀਤੇ ਇਸ ਸੰਸਥਾ ਨੇ ਜੀ। ਕਿਉਂਕਿ ਮੇਰਾ ਤਾਂ ਮੁੜ ਕੇ PhD ਦਾ ਟੱਪ ਕੇ SGPC ਬਣ ਗਿਆ। ਅੱਛਾ। ਮਤਲਬ ਮੈਂ ਪੂਰਾ ਦਾ ਪੂਰਾ ਮੁਕੰਮਲ 2014 ਤੱਕ ਇੱਥੇ PhD ਜਿਹੜੀ ਮੈਨੂੰ ਮਿਲੀ ਹੈ ਪੰਜਾਬੀ ਯੂਨੀਵਰਸਿਟੀ ਤੋਂ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਸਥਾਪਿਤ ਤੇ ਮਿਲੀ ਆ। ਠੀਕ ਹੈ। ਮੈਂ ਸਮਝਦਾ ਕਿ ਸਾਡੀ ਜਿਹੜੀ ਪੜ੍ਹਨ ਲਿਖਣ ਦੀ ਰੁਚੀ ਸੀ ਜੀ, ਉਹ ਘਟਦੀ ਗਈ। ਅਸੀਂ ਹੋਰ ਪਾਸੇ ਲੱਗ ਗਏ। ਸਾਨੂੰ ਪੜ੍ਹਨ ਲਿਖਣ ਵੱਲ ਰੁਚੀ ਬਣਾਉਣੀ ਹੀ ਪਏਗੀ। ਜਿੰਨਾ ਚਿਰ ਅਸੀਂ ਪੜ੍ਹਾਂਗੇ ਨਹੀਂ, ਉਹਨਾਂ ਚਿਰ ਅਸੀਂ ਫੋਕੀ ਆਲੋਚਨਾ ਤਾਂ ਕਰ ਸਕਦੇ ਹਾਂ, ਜਿਹੜਾ ਤੁਸੀਂ ਸਵਾਲ ਕਰ ਰਹੇ ਹੋ। ਫੈਕਟ ਐਂਡ ਫਿਗਰ ਨੂੰ ਨਹੀਂ ਦੇਖਦੇ। ਇਹਦੇ ਵੀ ਦੋ ਪਹਿਲੂ ਆ ਡਾਕਟਰ ਸਾਹਿਬ। ਦੋ ਪਹਿਲੂ, ਇੱਕ ਤਾਂ ਇਹ ਹੈ ਕਿ ਜਿਹੜੇ ਲੋਕ ਤੁਹਾਡੇ ਕੋਲ ਚੁਣ ਕੇ ਆਉਂਦੇ ਆ ਮੈਂਬਰ, ਤੇ ਦੂਜੇ ਲੋਕ ਜਿਹੜੇ ਅਸੀਂ ਚੁਣਦੇ ਆ, ਜਿਹੜੇ ਸਾਡੇ ਮੁਲਾਜ਼ਮ ਨੇ, ਜਿਹੜੇ EMPLOYEES ਨੇ, ਜਿਹੜੇ ਆਪਣੀ ਰੋਜ਼ੀ ਰੋਟੀ ਲਈ ਬਹੁ ਗਿਣਤੀ ਆ ਰਹੇ ਨੇ। ਵੱਖਰੀ ਗੱਲ, ਅਸੀਂ ਉਹਨਾਂ ਨੂੰ ਵੀ ਟਾਰਗੇਟ ਕਰ ਲੈਂਦੇ ਹਰ ਜਗ੍ਹਾ। ਜਿਹੜਾ ਬੰਦਾ ਤਨਖਾਹ ਤੇ ਆ ਰਿਹਾ, ਉਹਨੇ ਉਸ ਜਗ੍ਹਾ ਨੂੰ ਉਸੇ ਤਰੀਕੇ ਨਾਲ ਹੀ ਲੈਣਾ ਜਿਵੇਂ ਲੈਣਾ ਬਣਦਾ, ਉਹਨੂੰ ਉਸ ਡਿਸਪਲਿਨ 'ਚ ਰਹਿਣਾ ਪੈਣਾ। ਸੋ ਇਹ ਜਿਹੜੀ ਗੱਲ ਆ ਰਹੀ ਹੈ ਕਿ ਜਿਹੜੇ ਮੈਂਬਰ ਚੁਣ ਕੇ ਆ ਰਹੇ ਆ, ਉਹ ਹੁਣ ਬਹੁ ਗਿਣਤੀ ਇਸ ਖੇਤਰ ਦੇ ਨਹੀਂ ਹੁੰਦੇ, ਸਿਆਸਤ ਦੇ ਹੁੰਦੇ। ਦੇਖੋ, ਇਹ ਇੱਕ ਬਣ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ, ਫਿਰ MLA, ਫਿਰ ਇਸ ਪਾਸੇ ਨੂੰ ਚੱਲ ਪਈ। ਮੇਰੀ ਮੰਤਵ ਇਹ ਸੀ ਕਿ ਜਿਹੜੀ ਸਾਡੀ ਉਸ ਵੇਲੇ ਲੀਡਰਸ਼ਿਪ ਸੀ ਜੀ, ਜਿਹੜੀ ਕਮਿਟਮੈਂਟ ਸੀ, ਜਿਹੜੀ ਡੈਡੀਕੇਸ਼ਨ ਸੀ ਸੰਸਥਾ ਪ੍ਰਤੀ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਸਾਹਿਬਾਨ, ਜਿੰਨੇ ਵੀ ਹੈਗੇ ਆ, ਸੇਵਾਦਾਰ ਤੋਂ ਲੈ ਕੇ ਉੱਪਰ ਤੱਕ, ਸਕੱਤਰ ਤੱਕ, ਅਸੀਂ ਸਾਰੇ ਹੀ ਸੰਸਥਾ ਦੇ ਵਿੱਚ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਜੀ। ਜਿੰਨਾ ਚਿਰ ਸਾਡੀ ਸੰਸਥਾ ਪ੍ਰਤੀ ਕਮਿਟਮੈਂਟ ਨਹੀਂ, ਡੈਡੀਕੇਸ਼ਨ ਨਹੀਂ, ਉਹਨਾਂ ਚਿਰ ਅਸੀਂ ਸੰਸਥਾ 'ਚ ਇਮਾਨਦਾਰੀ ਨਾਲ ਕੰਮ ਨਹੀਂ ਕਰ ਸਕਦੇ। ਜੇ ਮੇਰੀ ਜਿਹੜੀ ਕਮਿਟਮੈਂਟ ਆ ਉਹ ਕਿਸੇ ਹੋਰ ਅਦਾਰੇ ਨਾਲ ਆ, ਕਿਸੇ ਹੋਰ ਥਾਂ ਤੇ ਆ, ਮੇਰੇ ਸਰੋਕਾਰ ਹੋਰ ਥਾਂ ਤੇ ਜੁੜੇ ਹੋਏ ਆ, ਤੇ ਮੈਂ ਇਮਾਨਦਾਰੀ ਨਾਲ ਇੱਥੇ ਕੰਮ ਨਹੀਂ ਕਰ ਸਕਦਾ। ਮੈਨੂੰ ਡਾਕਟਰ ਸਾਹਿਬ ਇੰਝ ਹੀ ਲੱਗਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਚੁਣ ਕੇ ਆ ਕੇ ਪ੍ਰਬੰਧ ਚਲਾਉਣਾ ਸੀ, ਉਹਨਾਂ ਦੀ ਨੀਝ ਕਿਤੇ ਹੋਰ ਜਗ੍ਹਾ ਤੇ ਲੱਗੀ ਸੀ। ਉਹਨਾਂ ਨੇ MLA ਬਣਨਾ ਸੀ, ਲੇਕਿਨ ਉਹਨਾਂ ਨੂੰ ਇਹ ਟਿਕਟ ਫੜਾਤੀ ਗਈ ਕਿ ਤੁਸੀਂ ਪਹਿਲਾਂ ਇਹ ਕਰ ਲਓ, ਫਿਰ ਤੁਹਾਡੀ ਇੱਧਰ ਵਾਰੀ ਆ ਜਾਊ। ਜਾਂ ਬੰਦਾ ਇਹ ਸੋਚਦਾ ਹੈ ਕਿ ਮੈਂ ਪਹਿਲਾਂ ਉੱਡਾ ਹੀ ਵੱਡਾ ਹਲਕਾ ਹੈ, ਕੌਂਸਟੀਟੂਐਂਸੀ ਹੈ, ਤੇ ਮੈਂ ਇਹਦੇ 'ਚ ਪ੍ਰੈਕਟਿਸ ਕਰ ਲਵਾਂ। ਪਰ ਮੈਂ ਜਿਹੜਾ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜੇ ਤੁਹਾਡੇ 170 ਮੈਂਬਰ ਚੁਣ ਕੇ ਆਉਂਦੇ ਜੀ, 170 ਮੈਂਬਰ ਜੇ ਆਪਣੇ ਆਪਣੇ ਹਲਕਿਆਂ 'ਚ ਤੁਹਾਡਾ ਸਮੁੱਚਾ ਤੰਤਰ ਲੈ ਕੇ, ਜਿਨ੍ਹਾਂ 'ਚ ਤੁਹਾਡੇ ਪ੍ਰਚਾਰਕ ਨੇ ਔਰ ਢਾਡੀ ਨੇ, ਕਵੀਸ਼ਰ ਨੇ, ਇਹਨਾਂ ਨੂੰ ਲੈ ਕੇ ਜੇ ਸ਼ਬਦ ਗੁਰੂ ਦੇ ਨਜ਼ਰੀਏ ਤੋਂ ਹੀ ਗੱਲ ਤੁਰ ਪਏ,
ਤੇ ਕਮਜ਼ੋਰ ਤਾਂ ਨਹੀਂ ਤੰਤਰ, ਵੱਡਾ ਤੰਤਰ ਹੈ। ਨਹੀਂ, ਸਾਡਾ ਸੰਸਥਾ ਦਾ ਬਹੁਤ ਵੱਡਾ ਕਾਰਜ ਹੈ, ਬਹੁਤ ਵੱਡੇ ਕਾਰਜ ਕੀਤੇ ਆ। ਮੈਂ ਜੇ ਤੁਹਾਨੂੰ ਇਹ ਕਹਾਂ ਕਿ ਸੰਸਥਾ ਦੀ ਆਲੋਚਨਾ ਹੋ ਰਹੀ ਆ, ਹੁੰਦੀ ਆ, ਹੋਣੀ ਚਾਹੀਦੀ ਵੀ ਆ, ਹੈਲਦੀ ਆਲੋਚਨਾ ਜ਼ਰੂਰੀ ਵੀ ਆ ਜੀ। ਪਰ ਜਿਹੜਾ ਸੰਸਥਾ ਨੇ ਕਾਰਜ ਕੀਤੇ ਆ ਕਿ ਸਿੱਖਾਂ ਦੀ ਸਿੱਖ ਰਹਿਤ ਮਰਜ਼ਾਦਾ ਨਿਰਧਾਰਿਤ ਕਰਨੀ ਜੀ, ਸਿੱਖਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਕੋਲ ਆਉਣਾ, ਸੰਗਤੀ ਪ੍ਰਬੰਧ ਆਉਣਾ, ਫਿਰ ਉਹਦੇ ਵਿੱਚੋਂ ਮਿਸ਼ਨਰੀ ਕਾਲਜ ਨਿਕਲਣੇ। ਇਹ ਰਹਿਤ ਮਰਿਆਦਾ ਤੇ ਕੋਈ ਹੁਣ ਸੰਕਟ ਨਹੀਂ, ਕੋਈ ਸਵਾਲ ਨਹੀਂ? ਨਹੀਂ, ਸਵਾਲ ਹਮੇਸ਼ਾ ਹੀ ਰਹਿੰਦੇ ਆ ਜੀ। ਸਵਾਲ ਤੇ ਲੋਕ ਬਾਣੀ ਤੇ ਵੀ ਕਰਦੇ ਆ। ਸ਼੍ਰੋਮਣੀ ਕਮੇਟੀ ਸਪਸ਼ਟ ਹੈ? ਨਹੀਂ, ਸ਼੍ਰੋਮਣੀ ਕਮੇਟੀ ਸਪਸ਼ਟ ਆ। ਓਕੇ। ਜਿਹੜੀ ਅਕਾਲ ਤਖਤ ਸਾਹਿਬ ਜੀ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਜ਼ਾਦਾ ਜੀ, ਉਹਦੀ ਸ਼੍ਰੋਮਣੀ ਕਮੇਟੀ ਉਹਦੀ ਪ੍ਰਕਾਸ਼ਕ ਆ। ਠੀਕ ਹੈ ਸ਼੍ਰੋਮਣੀ ਕਮੇਟੀ ਪ੍ਰਕਾਸ਼ਨ ਦੀ ਸੇਵਾ ਕਰਦੀ ਹੈ ਜੀ। ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦਖਲ ਨਹੀਂ ਦੇ ਸਕਦੀ ਕਿਉਂਕਿ ਉਹ ਗੁਰੂ ਪੰਥ ਵੱਲੋਂ ਪ੍ਰਵਾਨਿਤ ਹੈ ਜੀ। ਮੈਂ ਕਹਿ ਰਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਿਧਾਨ ਤਿਆਰ ਕੀਤਾ ਸਿੱਖ ਰਹਿਤ ਮਰਜ਼ਾਦਾ ਦੇ ਰੂਪ ਦੇ ਵਿੱਚ। ਫਿਰ ਪਹਿਲਾ ਕਾਲਜ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ਼੍ਰੋਮਣੀ ਕਮੇਟੀ ਨੇ 1927 ਚ ਖੋਲ੍ਹਿਆ। ਜੀ। 1925 ਚ ਪਹਿਲਾ ਕੰਨਿਆ ਮਹਾਵਿਦਿਆਲਿਆ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਲੜਕੀਆਂ ਦਾ ਸਕੂਲ ਅੰਮ੍ਰਿਤਸਰ ਚ ਖੋਲ੍ਹਿਆ ਸ਼੍ਰੋਮਣੀ ਕਮੇਟੀ ਨੇ। ਜੀ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 113 ਇੰਸਟੀਟਿਊਸ਼ਨ ਚਲਾ ਰਹੀ ਆ। ਜੇ 2 ਯੂਨੀਵਰਸਿਟੀਆਂ ਚਲਾ ਰਹੀ ਆ, 2 ਮੈਡੀਕਲ ਕਾਲਜ ਚਲਾ ਰਹੀ ਆ, 2 ਇੰਜੀਨੀਅਰਿੰਗ ਕਾਲਜ ਚਲਾ ਰਹੀ ਆ, ਕਾਲਜ ਚਲਾ ਰਹੀ ਆ, ਸਕੂਲ ਚਲਾ ਰਹੀ ਆ। ਬੰਬੇ ਵਰਗੇ ਸ਼ਹਿਰ ਦੇ ਵਿੱਚ 1937 ਤੋਂ ਕਾਲਜ ਚੱਲ ਰਿਹਾ ਜੀ। ਧਰਮ ਪ੍ਰਚਾਰ ਦੇ ਖੇਤਰ 'ਚ। ਜੀ। ਫਿਰ ਦੂਸਰਾ ਖੇਤਰ ਹੈਗਾ ਕਿ ਲੋਕ ਕਲਿਆਣਕਾਰੀ ਖੇਤਰ। ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਪਿੱਛੇ ਨਹੀਂ ਮੁੜੀ। ਜੀ। ਭਾਵੇਂ ਉਹ ਭੁਚਾਲ ਆਇਆ, ਭਾਵੇਂ ਤੂਫਾਨ ਆਇਆ, ਭਾਵੇਂ ਸੁਨਾਮੀ ਆਈ, ਭਾਵੇਂ ਨੇਪਾਲ 'ਚ ਭੁਚਾਲ ਆ ਜਾਏ, ਭਾਵੇਂ ਜੰਮੂ ਕਸ਼ਮੀਰ 'ਚ ਹੜ੍ਹ ਆ ਜਾਣ, ਭਾਵੇਂ ਅੰਡੇਮਾਨ ਨਿਕੋਬਾਰ ਤੱਕ ਵੀ ਅਪਰੋਚ ਕੀਤੀ, ਸ਼੍ਰੋਮਣੀ ਕਮੇਟੀ ਉਸ ਕਾਰਜ 'ਚ ਵੀ ਸਫਲ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 13 ਮਿਸ਼ਨਰੀ ਕਾਲਜ ਤੇ ਵਿਦਿਅਕ ਅਦਾਰੇ ਚਲਾ ਰਹੀ ਆ। ਧਰਮ ਪ੍ਰਚਾਰ ਕਮੇਟੀ ਦੇ ਅਸੀਂ ਪੜ੍ਹਦੇ ਨਹੀਂ, ਮੈਂ ਫਿਰ ਕਹਿ ਰਿਹਾ, ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦਾ ਪਬਲੀਕੇਸ਼ਨ ਅਦਾਰਾ ਜੇ ਦੇਖਿਆ ਜਾਵੇ, ਇੱਕ ਮਾਮੂਲੀ ਟਰੈਕਟ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਪਾਈ, ਸੈਂਕੜੇ ਕਿਤਾਬਾਂ ਨੇ ਤੁਹਾਡੀ, 200 ਤੋਂ ਵੱਧ ਟਾਈਟਲ ਨੇ ਇਸ ਵੇਲੇ, ਜਿਨ੍ਹਾਂ ਦੇ ਵਿੱਚ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਦੇ ਗੁਰਮਤਿ ਮਾਰਤੰਡ ਜੀ, ਹਮ ਹਿੰਦੂ ਨਹੀਂ ਜੀ ਵਰਗੀਆਂ ਕਿਤਾਬਾਂ, ਡਾਕਟਰ ਤਾਰਨ ਸਿੰਘ ਦੀ ਕਿਤਾਬ ਸਿੱਖ ਸਿੱਖੀ ਤੇ ਸਿਧਾਂਤ ਜੀ, ਪਰ ਅਸੀਂ ਪੜ੍ਹਦੇ ਨਹੀਂ। ਔਰ ਮੇਰੇ ਖਿਆਲ ਤੁਸੀਂ ਕੀਮਤ ਵੀ ਬੜੀ ਘੱਟ ਰੱਖੀ। ਬਹੁਤ ਕੀਮਤਾਂ ਘੱਟ, ਜਿਹੜੀਆਂ ਲਾਗਤ ਮਾਤਰ ਤੇ ਕੀਮਤਾਂ ਹੁੰਦੀਆਂ। ਮੈਂ ਤੁਹਾਨੂੰ ਇੱਕ ਉਦਾਹਰਨ ਦੇਣੀ ਚਾਹੁੰਦਾ ਕਿ ਮੈਨੂੰ ਇੱਕ ਪ੍ਰੋਜੈਕਟ ਮਿਲਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਕਿ ਗੁਰਮਤਿ ਪ੍ਰਕਾਸ਼ 1957 ਤੋਂ ਸ਼ਬਦ ਆ, ਜਿਹਦਾ ਮੈਂ ਪਹਿਲਾ ਐਡੀਟਰ ਆਣ ਕੇ ਐਡੀਟਰ ਭਰਤੀ ਹੋਇਆ ਸੀ। ਬਿਲਕੁਲ 1957 ਤੋਂ ਲੈ ਕੇ ਅਸੀਂ ਹੁਣ ਤੱਕ ਦੇ ਗੁਰਮਤਿ ਪ੍ਰਕਾਸ਼ ਜਿਹੜੇ ਲੇਖ ਛਪੇ ਸੀ ਉਹਨਾਂ ਨੂੰ ਵੱਖ-ਵੱਖ ਕਿਤਾਬਾਂ 'ਚ ਐਡਿਟ ਕੀਤਾ। ਬੜਾ ਵੱਡਾ ਸਰਮਾਇਆ। 6 ਕਿਤਾਬਾਂ ਦੇ ਵਿੱਚ 10 ਗੁਰੂ ਸਾਹਿਬਾਨ ਦਾ ਇਤਿਹਾਸ ਇਕੱਠਾ ਕੀਤਾ ਤੇ ਕੀਮਤ ਪਤਾ ਕਿੰਨੀ ਹੈ? 3300 ਪੇਜ ਦੀ ਬਣ ਜਾਂਦੇ ਨੇ, ਕੀਮਤ 1200 ਰੁਪਏ ਆ। ਸਿਰਫ 1200 ਰੁਪਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਵਾਰ ਸਿੱਖ ਸੰਕਲਪ ਸਿਧਾਂਤ ਤੇ ਸੰਸਥਾਵਾਂ ਜੀ ਕਿਤਾਬ ਜਿਹੜੀ ਅਸੀਂ ਐਡਿਟ ਕੀਤੀ ਸੀ, ਉਹਨੂੰ ਸਟੇਟ ਅਵਾਰਡ ਮਿਲਿਆ। ਅੱਛਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸਰਵਿਸ ਕਰਨ ਦੌਰਾਨ ਮੇਰੀ ਲੇਖਣੀ ਨੂੰ ਪ੍ਰਵਾਨ ਕਰਕੇ ਭਾਸ਼ਾ ਵਿਭਾਗ ਨੇ ਸਨਮਾਨ ਦਿੱਤਾ। ਸ਼੍ਰੋਮਣੀ ਕਮੇਟੀ ਦੀ ਦੇਣ ਹੈ। ਮੈਂ ਤੇ ਸ਼੍ਰੋਮਣੀ ਕਮੇਟੀ 'ਚੋਂ ਸਭ ਕੁਝ ਪ੍ਰਾਪਤ ਕੀਤਾ, ਗੁਰੂ ਰਾਮਦਾਸ ਦੇ ਦਰ ਤੋਂ ਹੀ ਪ੍ਰਾਪਤ ਕੀਤਾ। ਪਰ ਜਿਹੜੀ ਸਾਡੀ ਪੜ੍ਹਨ ਦੀ ਰੁਚੀ ਆ ਜੀ, ਲਿਖਣ ਲਿਖਣ ਦੀ ਰੁਚੀ ਆ, ਸਾਡੀ ਅਸਲ 'ਚ ਬਦਕਿਸਮਤੀ ਆ ਕਿ ਸਤਾ ਦੀ ਪ੍ਰਾਪਤੀ ਲਈ ਅਸੀਂ ਸਾਧਨ ਕੋਈ ਵੀ ਵਰਤਣ ਲਈ ਤਿਆਰ ਹੋ ਜਾਂਦੇ ਹਾਂ। ਸਾਧਨ ਵੀ ਉਸੇ ਹੀ ਨੈਤਿਕ ਕਦਰਾਂ ਕੀਮਤਾਂ ਅਨੁਸਾਰ ਵਰਤਣੇ ਚਾਹੀਦੇ ਆ। ਐਥੀਕਲ ਵੈਲਿਊ ਜਿਹੜੀਆਂ ਨੇ ਉਹਨਾਂ ਨੂੰ ਨਹੀਂ ਭੁੱਲਣਾ ਚਾਹੀਦਾ। ਅੱਛਾ ਡਾਕਟਰ ਸਾਹਿਬ, ਮੈਨੂੰ ਹੁਣ ਕਿਉਂਕਿ ਅਸੀਂ ਉੱਥੋਂ ਤੁਰਦੇ ਤੁਸੀਂ ਇੱਥੇ ਮੈਨੂੰ ਲੈ ਆਇਓ, ਜੇ ਇੱਥੇ ਮੈਂ ਕੁਝ ਸਵਾਲ ਨਾ ਕਰਾਂ ਤਾਂ ਚੰਗਾ ਨਹੀਂ ਲੱਗੂ। ਜਿਹੜੀ ਟਰਾਂਸਪੇਰੈਂਸੀ ਪ੍ਰਬੰਧ ਵਿੱਚ ਹੈ, ਕਿਉਂਕਿ ਤੁਸੀਂ ਪ੍ਰਬੰਧਕ ਹੋ ਬੇਸਿਕਲੀ, ਟਰਾਂਸਪੇਰੈਂਸੀ ਪਾਰਦਰਸ਼ਤਾ, ਜਦੋਂ ਇਲਜ਼ਾਮ ਆਉਂਦੇ ਆ ਕਿ ਸ਼੍ਰੋਮਣੀ ਕਮੇਟੀ 'ਚ ਧਾਂਦਲੀਆਂ ਹੁੰਦੀਆਂ, ਸ਼੍ਰੋਮਣੀ ਕਮੇਟੀ ਠੀਕ ਤਰੀਕੇ ਨਾਲ ਪ੍ਰਬੰਧ ਨਹੀਂ ਚਲਾ ਰਹੀ, ਤੇ ਉਹਦੇ ਸੰਬੰਧ 'ਚ ਜੇ ਤੁਸੀਂ ਸਪਸ਼ਟ ਕਰਨਾ ਹੋਵੇ ਕਿ ਤੁਹਾਡਾ ਢੰਗ ਤਰੀਕਾ ਚਲਾਉਣ ਦਾ ਕੀ ਹੈ, ਪ੍ਰਬੰਧਕੀ ਨੁਕਤਾ ਨਿਗਾਹ ਤੋਂ, ਨੰਬਰ 1 ਕਿੱਥੇ ਕਰਪਸ਼ਨ ਨਹੀਂ ਹੁੰਦੀ? ਮੰਨ ਲਓ ਜੇ ਤੁਸੀਂ ਇਹ ਕਹਿਣਾ ਵੀ ਇੱਥੇ ਕਰਪਸ਼ਨ ਨਹੀਂ ਹੁੰਦੀ, ਤੇ ਲੋਕ ਕਿਉਂ ਮੰਨਣ ਕਿ ਕਰਪਸ਼ਨ ਨਹੀਂ ਹੁੰਦੀ? ਨਹੀਂ, ਮੈਂ ਨਹੀਂ ਕਹਾਂਗਾ। ਮੈਂ ਇਹ ਕਹਿਣਾ ਕਿ ਜੇ ਇੱਥੇ ਸਿਆਸੀਕਰਨ ਨਹੀਂ ਹੁੰਦਾ ਤੇ ਸੁਪਰ ਬਾਸ ਫੈਸਲੇ ਨਹੀਂ ਲੈਂਦੇ, ਤੇ ਫਿਰ ਲੋਕ ਕਿਉਂ ਮੰਨਣਗੇ? ਕਿਉਂਕਿ ਨਜ਼ਰ ਮੈਂ ਇਹੀ, ਕਿਉਂਕਿ ਹੈ ਹੀ ਸਿਆਸੀ ਜਮਾਤ ਹੈ, ਚੁਣ ਕੇ ਆਉਂਦੇ ਲੋਕ। ਇਹ ਸਵਾਲ ਜਦੋਂ ਲੋਕਾਂ ਦੇ ਹੈਗੇ ਆ ਤੇ ਇਹਨਾਂ ਦੇ ਜਵਾਬ ਦੇਣ ਲੱਗਿਆ ਡਾਕਟਰ ਰੂਪ ਸਿੰਘ ਲਈ ਮੁਸ਼ਕਲ ਵੀ ਆਉਂਦੀ? ਕੋਈ ਮੁਸ਼ਕਲ ਨਹੀਂ ਹੈਗੀ, ਜ਼ਰੂਰ ਦਿਓ। ਦੇਖੋ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸੰਸਥਾ, ਜਿਹਦੇ ਵਿੱਚ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਨੂੰ ਲੈ ਲਈਏ ਜੀ ਤੇ ਲਗਭਗ 21,000 ਮੁਲਾਜ਼ਮ ਕੰਮ ਕਰ ਰਹੇ ਆ ਇਸ ਵੇਲੇ ਜੀ ਗੁਰਦੁਆਰਿਆਂ 'ਚ, ਧਰਮ ਪ੍ਰਚਾਰ ਕਮੇਟੀ 'ਚ ਤੇ ਵਿਦਿਅਕ ਸੰਸਥਾਵਾਂ 'ਚ। 21,000 ਦੇ ਕਰੀਬ, ਬੜੀ ਵੱਡੀ ਗਿਣਤੀ ਹੈ। 21,000 ਦੇ ਕਰੀਬ ਸਾਡੇ ਹੀ ਪਰਿਵਾਰਾਂ 'ਚੋਂ ਹੀ ਨੇ, ਸਾਡੇ ਹੀ ਭੈਣ ਭਰਾ ਨੇ। ਜੀ ਜਿਹੜੀ ਤੁਸੀਂ ਕਰਪਸ਼ਨ ਦੀ ਗੱਲ ਕੀਤੀ ਹੈ, ਮੈਂ ਟੌੜਾ ਸਾਹਿਬ ਨੂੰ ਕੋਟ ਕਰਾਂਗਾ। ਟੌੜਾ ਸਾਹਿਬ ਕਹਿੰਦੇ ਹੁੰਦੇ ਸੀ ਕਿ ਸੀਰਾਂ ਪੈਣੀਆਂ ਮੈਂ ਰੋਕ ਨਹੀਂ ਸਕਦਾ, ਡਾਕੇ ਮੈਂ ਪੈਣ ਨਹੀਂ ਦਿੰਦਾ। ਲੀਕੇਜ ਜਿਹੜੀ ਆ ਉਹ ਹਮੇਸ਼ਾ ਹੀ ਰਹਿੰਦੀ ਆ, ਛੋਟੀ ਮੋਟੀ ਅਠੰਨੀ ਕੇ ਚੋਰ ਜਿਹੜੇ ਆ ਉਹ ਫੜੇ ਵੀ ਜਾਂਦੇ ਆ ਜੀ, ਠੀਕ ਆ। ਲੀਕੇਜ ਹੁੰਦੀ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਏਡੇ ਵੱਡੇ ਪ੍ਰਬੰਧ ਦੇ ਵਿੱਚ ਛੋਟੀ ਮੋਟੀ ਗੜਬੜ ਹੋ ਸਕਦੀ ਆ, ਪਰ ਡਾਕੇ ਕਿਤੇ ਨਹੀਂ ਪੈਂਦੇ। ਪਾਰਦਰਸ਼ੀ ਦੀ ਤੁਸੀਂ ਗੱਲ ਕੀਤੀ ਆ, ਮੈਂ ਤੁਹਾਨੂੰ ਇਹ ਕਹਿ ਰਿਹਾ ਕਿ 1927 ਤੋਂ ਲੈ ਕੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗੁਰਦੁਆਰਾ ਗਜ਼ਟ ਸ਼ਬਦ ਆ, ਜਿਹਦਾ ਕਾਰਜ ਕੀ ਆ, ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਹੀਨੇਵਾਰ ਆਮਦਨ ਖਰਚ ਦਾ ਚਿੱਠਾ ਛਾਪਣਾ। ਅੱਛਾ, ਸੈਕਟਰੀ ਦੇ ਸਾਈਨਾਂ ਥੱਲੇ ਛਪਦਾ, ਅਕਾਊਂਟੈਂਟ ਦੇ ਸਾਈਨ ਹੁੰਦੇ ਆ। ਮਤਲਬ ਇਨਕਮ ਕਿੰਨੀ ਹੋਈ, ਖਰਚਾ ਕਿੰਨਾ ਹੋਇਆ, ਹਰ ਮਹੀਨੇ ਛਾਪਦੇ ਹੋ? ਆਮਦਨ ਖਰਚ ਦਾ ਚਿੱਠਾ 1927 ਤੋਂ ਛਪ ਰਿਹਾ। ਸਾਰੇ ਹੀ ਗੁਰਦੁਆਰਾ ਗਜ਼ਟ ਸਿੱਖ ਰੈਫਰੈਂਸ ਲਾਇਬ੍ਰੇਰੀ 'ਚ ਮੌਜੂਦ ਹੈਗੇ। ਇਨਕਮ ਵਧ ਰਹੀ ਹੈ, ਖਰਚੇ ਵੀ ਵਧ ਰਹੇ ਆ। ਉਹ ਪਾਰਦਰਸ਼ਤਾ ਦਾ ਕੋਈ ਝੰਜਟ ਨਹੀਂ ਹੈਗਾ। ਅਸੀਂ ਕਹਿੰਦੇ ਆ ਕਿ ਕਮਜ਼ੋਰੀਆਂ ਹੋ ਸਕਦੀਆਂ ਨੇ, ਸਾਨੂੰ ਮੰਨ ਕੇ ਚੱਲਣਾ ਚਾਹੀਦਾ। ਅਸੀਂ ਹਿਊਮਨ ਬੀਇੰਗ ਦੇ ਤੌਰ ਤੇ ਮੰਨ ਕੇ ਚੱਲੀਏ ਜੀ, ਪਰ ਇੱਥੇ ਇਹ ਨਹੀਂ ਹੈਗਾ ਲੁੱਟ ਨਹੀਂ ਪਈ ਹੈਗੀ, ਡਾਕੇ ਨਹੀਂ ਪੈ ਰਹੇ ਹੈਗੇ। ਅੱਛਾ, ਹਰ ਪੈਨੀ ਦਾ ਮੈਂ ਤੁਹਾਨੂੰ ਇੱਕ ਉਦਾਹਰਨ ਦੇਣੀ ਚਾਹੁੰਦਾ। ਮੰਨ ਲਓ ਕਿ ਦਰਬਾਰ ਸਾਹਿਬ ਦੇ ਵਿੱਚ ਤੁਸੀਂ ਸ਼ਰਧਾ ਨਾਲ ਕਣਕ ਜਮ੍ਹਾਂ ਕਰਾਈ ਆ, ਚੜਤ ਦੇ ਵਿੱਚ ਤੁਹਾਨੂੰ ਰਸੀਦ ਦਿੱਤੀ ਜਾਣੀ ਜੀ, ਅਸੀਂ ਉਹਨੂੰ ਲੈਜਰ ਦੇ ਵਿੱਚ ਚਾੜਨਾ, ਆਟਾ ਆਇਆ ਜੀ, ਆਟੇ ਦੀ ਜਮ੍ਹਾਂ ਕਰਨਾ, ਆਟਾ ਕੱਲ ਨੂੰ ਖਰਚ ਪਾਉਣਾ, ਕਿੰਨਾ ਆਟਾ ਲੱਗਾ ਤੇ ਉਹ ਵੀ ਅਸੀਂ ਦੱਸ ਦਾਂਗੇ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਿ ਪਿਛਲੇ ਸਾਲ ਮੈਨੂੰ ਸਵਾਲ ਕੀਤਾ ਕਿਸੇ ਨੇ ਜੀ ਕਿ ਦਰਬਾਰ ਸਾਹਿਬ ਦੇ ਵਿੱਚ ਕਿੰਨੀ ਖਪਤ ਹੋਈ ਆਟੇ ਦੀ, ਤੇ ਮੈਂ ਐਗਜ਼ੈਕਟਲੀ ਕਹਿ ਸਕਦਾ ਕਿ 30,087 ਕੁਇੰਟਲ ਦਰਬਾਰ ਸਾਹਿਬ ਦੇ ਵਿੱਚ ਨਾਲ 62 ਕਿਲੋ ਵੀ ਹੈਗੇ ਆ। ਅੱਛਾ, ਖਪਤ ਹੋਈ। ਇਸ ਵਾਰ ਪਰਸੋਂ ਤੱਕ ਜੀ ਸਾਡੇ ਕੋਲ 36,000 ਤੋਂ ਵੱਧ ਕੁਇੰਟਲ ਤੋਂ ਵੱਧ ਕਣਕ ਆ ਗਈ ਜੀ, ਸਾਡੀ ਨਾਲ ਐਂਟਰੀ ਹੁੰਦੀ ਆ। ਠੀਕ ਹੈ, ਨਾਲ ਜਿਹੜੀ ਗੋਲਕ ਦੀ ਗਿਣਤੀ ਆ ਉਹ ਵੀ ਨਾਲ ਹੁੰਦੀ ਆ। ਗੋਲਕ ਦੀ ਗਿਣਤੀ ਜਿੱਥੇ ਹੋ ਰਹੀ ਆ ਉੱਥੇ ਅੱਜ ਕੱਲ ਘੱਟੋ ਘੱਟ ਖਾਸ ਕਰਕੇ ਦਰਬਾਰ ਸਾਹਿਬ 'ਚ ਜੀ 200 ਤੋਂ ਵੱਧ ਬੰਦਾ ਗਿਣ ਰਿਹਾ ਹੁੰਦਾ। ਸੀਸੀਟੀਵੀ ਕੈਮਰੇ ਲੱਗੇ ਹੈਗੇ ਆ, ਕੈਮਰੇ ਲੱਗੇ, ਸੀਸੀਟੀਵੀ ਕੈਮਰੇ ਆ, Very good. ਟੋਟਲ ਰਿਕਾਰਡਿੰਗ ਆ, ਸੀਸੀਟੀਵੀ ਕੈਮਰੇ ਲੱਗੇ ਆ। ਮੈਂ ਦਫ਼ਤਰ ਬੈਠਾ ਦੇਖ ਸਕਦਾ, ਜੀ ਅਸੀਂ ਮੋਬਾਈਲ ਤੇ ਦੇਖ ਸਕਦੇ ਹਾਂ ਸੈਟਅਪ ਦੇ ਤੌਰ ਤੇ। ਹੁਣ ਗੋਲਕ ਗਿਣਤੀ ਹੋਣੀ ਆ, ਉੱਥੇ ਹੀ ਚੜ੍ਹਨੀ ਹੈ ਰਜਿਸਟਰ ਤੇ, ਜੀ ਉੱਥੋਂ ਹੀ ਬੈਂਕ 'ਚ ਜਾਣੀ ਹੈ, ਉਹੀ ਅਮਾਊਂਟ ਬੈਂਕ ਜਾਣਾ। ਆਨਲਾਈਨ ਸਾਡੇ ਅਕਾਊਂਟਸ ਨੇ ਜੀ, ਉਸ ਤਰ੍ਹਾਂ ਦਾ ਕੋਈ ਗੱਲ ਨਹੀਂ ਹੈਗੀ ਕਿ ਟੋਕਰੀ 'ਚੋਂ ਚੁੱਕ ਕੇ ਲੈ ਜਾਈਏ, ਟੋਕਰੀ 'ਚ ਰੱਖ ਦਈਏ। ਸਾਡਾ ਉਹ ਸਿਸਟਮ ਨਹੀਂ ਹੈਗਾ। ਸਾਡਾ ਬਿਲਕੁਲ ਪਾਰਦਰਸ਼ਤਾ ਵਾਲਾ ਜਿਹੜਾ ਡਿਸਪਲਿਨ ਆ, ਜੀ ਡਿਸਪਲਿਨ ਟੈਂਡਰ ਸਿਸਟਮ ਆ, ਉਹ ਅਪਣਾਇਆ ਜਾਂਦਾ। ਇਹ ਠੀਕ ਹੈ, ਮੈਂ ਫਿਰ ਮੰਨ ਕੇ ਚੱਲੂੰਗਾ ਕਿ ਬਾਬਾ ਕਬੀਰ ਜੀ ਦਾ ਕਥਨ ਹੈ, ਕਿਉਂਕਿ ਮੈਂ ਬਾਣੀ ਦਾ ਸਟੂਡੈਂਟ ਹਾਂ, ਕਬੀਰ ਗਰਭ ਨਾ ਕੀਜੀਏ, ਰੰਕ ਨਾ ਹੱਸੀਏ ਕੋਏ, ਅਜੇ ਸੁਨਾਓ ਸਮੁੰਦਰ ਮੈਂ ਕਿਆ ਜਾਣੂ ਕਿਆ ਹੋਏ। ਮੇਰਾ ਮਨ ਪਤਾ ਨਹੀਂ ਕਿਹੜੇ ਵੇਲੇ ਡੋਲ ਜੇ, ਮੈਂ ਗਰੰਟੀ ਨਹੀਂ ਦਿੰਦਾ, ਪਰ ਗੁਰੂ ਦੀ ਕਿਰਪਾ ਹੋਵੇ ਸਾਰੇ ਚੋਰ ਨਹੀਂ ਹੁੰਦੇ। ਰਾਜਨੀਤਿਕ ਤੌਰ ਤੇ ਕੁਝ ਫੈਸਲੇ ਜਦੋਂ ਹੋ ਜਾਂਦੇ ਆ ਤੇ ਉਦੋਂ ਪ੍ਰਬੰਧਕੀ ਪੱਖ ਉਹਨੂੰ ਵਹਿੰਦਾ ਰਹਿ ਜੇ ਤੇ ਉਹ ਤਕਲੀਫਾਂ ਵੀ ਆਉਂਦੀਆਂ ਹੋਣਗੀਆਂ। ਗੱਲ ਇਹ ਨਹੀਂ ਕਿ ਪ੍ਰਧਾਨ ਕੌਣ ਹੈ ਜਾਂ ਸੁਪਰ ਕੌਣ ਹੈਗੇ ਆ, ਗੱਲ ਇਹ ਹੈ ਕਿ ਕਈ ਵਾਰੀ ਲੋਕ ਸਿੱਧੇ ਸਵਾਲ ਕਰਨ ਲੱਗ ਜਾਂਦੇ ਕਿ ਇਸ ਖਰਚੇ ਤੋਂ ਬਚਿਆ ਜਾ ਸਕਦਾ ਸੀ, ਇਹ ਚੀਜ਼ ਨਹੀਂ ਸੀ ਹੋਣੀ ਚਾਹੀਦੀ। ਬਿਲਕੁਲ ਠੀਕ ਹੈ ਜੀ। ਔਰ ਇਹ ਇੱਕ ਵੱਡਾ ਸਵਾਲ ਆ, ਆਮ ਤੌਰ ਤੇ ਅੱਜ ਕੱਲ੍ਹ ਹੁੰਦਾ ਰਿਹਾ ਪਿੱਛੇ, ਔਰ ਜਿਹੜਾ 550ਵੇਂ ਪ੍ਰਕਾਸ਼ ਪੁਰਬ ਮੌਕੇ ਸਟੇਜ ਲੱਗਣ ਵਾਲਾ ਮਸਲਾ ਕਿ ਇਹ ਬਚਾਏ ਜਾ ਸਕਦੇ ਇਸ ਪੈਸੇ, ਪੰਜਾਬ ਗਵਰਨਮੈਂਟ ਦੀ ਸਟੇਜ ਵਰਤੀ ਜਾ ਸਕਦੀ ਸੀਗੀ। ਇਹ ਕੀ ਕਾਰਨ ਸੀਗੇ ਕਿ ਇਹਨਾਂ ਚੀਜ਼ਾਂ ਤੋਂ ਅਸੀਂ ਬਚ ਨਹੀਂ ਸਕੇ? ਦੇਖੋ, ਮੈਂ ਹਾਲਾਂਕਿ ਇਹ ਫੈਸਲਾ ਸਿੰਘ ਸਾਹਿਬ ਦਾ ਸੀ। ਨਹੀਂ, ਇਹ ਫੈਸਲਾ ਸਿੰਘ ਸਾਹਿਬਾਨ ਦਾ। ਸਾਡਾ ਕੰਮ ਆ, ਅਸੀਂ ਜਿਸ ਸੀਟਾਂ ਤੇ ਕੰਮ ਕਰ ਰਹੇ ਹਾਂ ਉਹ ਐਗਜ਼ੈਕਟਿਵ ਨੇ ਜਿਹੜੀ ਪਾਲਿਸੀ ਤੈਅ ਕਰਨੀ ਆ, ਪ੍ਰਧਾਨ ਜੀ ਨੇ ਜਿਹੜੇ ਫੈਸਲੇ ਲੈਣੇ ਨੇ, ਮੌਜੂਦਾ ਪ੍ਰਧਾਨ ਜਿਹੜਾ ਵੀ ਹੋਵੇ ਜੀ, ਉਹਨਾਂ ਨੂੰ ਇੰਪਲੀਮੈਂਟ ਕਰਨਾ, ਉਹਨਾਂ ਨੂੰ ਪਾਰਦਰਸ਼ਤਾ ਢੰਗ ਦੇ ਨਾਲ ਇੰਪਲੀਮੈਂਟ ਕਰਨਾ ਸਾਡਾ ਕਾਰਜ ਇਹ ਆ ਕਿ ਜੇ ਮੰਨ ਲਓ ਉਹਨਾਂ ਨੇ ਕਹਿ ਦਿੱਤਾ ਕਿ ਸਟੇਜ ਲਾਉਣੀ ਹੈ, ਟੈਂਡਰ ਫਲੋਟ ਹੋਇਆ, ਟੈਂਡਰ ਸਬ ਕਮੇਟੀ ਬਣੀ ਆ, ਉਹ ਟੈਂਡਰ ਸਬ ਕਮੇਟੀ ਜਿਹੜੀ ਆ ਉਹ ਸਿਫਾਰਿਸ਼ ਕਰੇਗੀ, ਉਹ ਵੱਖਰਾ ਅਲੱਗਾ ਜਿਹੜਾ ਫੀਲਡ ਹੈਗਾ,
ਉਹਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ, ਲੋੜ ਸੀ ਕਿ ਨਹੀਂ ਲੋੜ ਸੀ, ਇਹ ਸਾਡਾ ਕਾਰਜ ਉਹ ਫੈਸਲੇ ਲੈਣ ਵਾਲਿਆਂ ਦਾ, ਉਹ ਸਾਡਾ ਕਾਰਜ ਪਰ ਇੱਕ ਡਾਕਟਰ ਸਾਹਿਬ ਇੱਕ ਚੀਜ਼ ਹੋਰ ਤੁਹਾਡੇ ਬਾਰੇ ਥੋੜੀ ਜਿੰਨੀ ਕੁ ਮੇਰੇ ਤੱਕ ਪਹੁੰਚੀ ਹੈ ਕਿ ਕਿਤੇ ਕਿਤੇ ਤੁਸੀਂ ਵੀਟੋ ਕਰਦੇ ਹੋ ਸੰਸਥਾ ਦੇ ਹਿੱਤ 'ਚ, ਕਿਤੇ ਕਿਤੇ ਤੁਸੀਂ ਵੀਟੋ ਕਰ ਜਾਂਦੇ ਹੋ ਕਿ ਇਹ ਗੱਲ ਆਪਾਂ ਨੂੰ ਵਾਰਾ ਨਹੀਂ ਖਾਂਦੀ। ਔਰ ਮੈਨੂੰ ਕਿਤੇ ਇਹ ਵੀ ਲੱਗਿਆ ਸੀਗਾ ਕਿ ਤੁਸੀਂ ਸਿਧਾਂਤ ਦੇ ਮਸਲੇ 'ਚ ਔਰ ਮਰਿਆਦਾ ਦੇ ਮਸਲੇ ਦੇ ਵਿੱਚ ਬਿਲਕੁਲ ਸਪਸ਼ਟ ਰਾਏ ਰੱਖਦੇ ਹੋ। ਕਿੰਨੀਆਂ ਕੁ ਮੁਸ਼ਕਲਾਂ ਆ ਜਾਂਦੀਆਂ? ਨਹੀਂ ਦੇਖੋ, ਮੁਸ਼ਕਲਾਂ ਜਿਹੜੀਆਂ ਆਉਂਦੀਆਂ ਨੇ ਇਹ 'ਚ ਕੋਈ ਸ਼ੱਕ ਨਹੀਂ ਹੈਗਾ, ਪਰ ਜੇ ਮੈਂ ਇਹ ਚੱਲ ਕੇ ਚੱਲਦਾ ਕਿ ਮੈਨੂੰ ਗੁਰੂ ਰਾਮਦਾਸ ਦੀ ਬਖਸ਼ਿਸ਼ ਹੈ ਜੀ, ਮੈਂ ਸ਼ਖਸੀਅਤ ਤੋਂ ਪ੍ਰਭਾਵਿਤ ਨਹੀਂ ਹੁੰਦਾ ਜੀ, ਸਿਧਾਂਤ ਨਾਲ ਜੁੜਿਆ ਵਾਂ, ਗੁਰਮਤਿ ਦਾ ਵਿਦਿਆਰਥੀ ਆ, ਜਿੰਨਾ ਚਿਰ ਚੱਲਿਆ ਜਾ ਸਕਿਆ ਜੀ, ਮੈਂ ਚੱਲਾਂਗਾ। ਵੀਟੋ ਪਾਵਰ ਵਾਲੀ ਗੱਲ ਨਹੀਂ ਹੈਗੀ, ਪਰ ਮੈਂ ਆਪਣੇ ਅਧਿਕਾਰਾਂ ਤੋਂ ਬਾਹਰ ਵੀ ਨਹੀਂ ਜਾਂਦਾ। ਗਲਤ ਕੰਮ ਕਰਨ ਦਾ ਮੈਂ ਫੈਸਲਾ ਕੀਤਾ ਕਿ ਮੈਂ ਗਲਤ ਕੰਮ ਨਹੀਂ ਕਰਾਂਗਾ। ਅੱਛਾ, ਮੈਨੂੰ ਹੁਣ ਜਾਂਦੇ ਜਾਂਦੇ ਦੱਸਿਓ, ਅਸੀਂ ਕਾਫੀ ਲੰਬੀ ਗੱਲ ਕਰ ਰਹੇ ਹਾਂ ਕਿ 84 ਬੀਤੇ ਨੂੰ ਹੁਣ 36 ਸਾਲ ਹੋ ਗਏ। 36 ਸਾਲਾਂ 'ਚ ਜਿੰਨਾ ਕੁ ਤੁਸੀਂ ਇਹਨਾਂ ਦਿਨਾਂ 'ਚ ਵੇਖਦੇ ਹੋ, ਸ਼੍ਰੋਮਣੀ ਕਮੇਟੀ ਤੇ ਉਸ ਘੱਲੂਘਾਰੇ ਦਾ ਅਸਰ ਕਿੱਦਾਂ ਦਾ ਪਿਆ? ਹੁਣ ਤੱਕ ਵੀ ਕੋਈ ਅਸਰ ਨਜ਼ਰ ਆਉਂਦੇ ਉਹਦੇ? ਜਿਹੜੀ ਰੈਫਰੈਂਸ ਲਾਇਬ੍ਰੇਰੀ ਵਾਲਾ ਮਸਲਾ ਅਜੇ ਵੀ ਉਲਝਿਆ ਫਿਰਦਾ ਹੈ, ਤੁਸੀਂ ਕਿਤਾਬਾਂ ਨਾਲ ਜੁੜੇ ਰਹੇ ਹੋ, ਉੱਥੇ ਸਾਡੇ ਕੋਲ ਬਿਹਤਰੀਨ ਖਰੜੇ ਵੀ ਕਹਿੰਦੇ ਚਲੇ ਗਏ, ਸੜ ਵੀ ਗਏ, ਉਹ ਸਾਰਾ ਥੋੜਾ ਸੰਖੇਪ ਸ਼ਬਦਾਂ 'ਚ ਜਰਾ ਦੇਖੋ। ਜਿਹੜਾ ਸਭ ਤੋਂ ਵੱਡਾ ਨੁਕਸਾਨ ਉਸ ਵੇਲੇ ਹੋਇਆ, ਮੈਂ ਫਿਰ ਕਹਿ ਦਿਆਂ ਕਿ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਹੋਇਆ, ਉਸ ਤੋਂ ਇਲਾਵਾ ਜਿਹੜਾ ਵਿਰਾਸਤੀ ਨੁਕਸਾਨ ਹੋਇਆ ਜੀ, ਉਹਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਇਤਿਹਾਸਕ ਬੀੜਾਂ ਸੀ ਜੀ, ਹੱਥ ਲਿਖਤ ਬੀੜਾਂ ਸੀ, ਹੱਥ ਲਿਖਤ ਹੁਕਮਨਾਮੇ ਸੀ, ਹੱਥ ਲਿਖਤ ਖਰੜੇ ਸੀ, ਜਿਹੜੇ ਕਿ ਦੁਬਾਰਾ ਮਿਲ ਹੀ ਨਹੀਂ ਸਕਦੇ। ਉਹਨਾਂ ਦਾ ਕੋਈ ਆਲਟਰਨੇਟਿਵ ਨਹੀਂ ਹੈਗਾ, ਉਹਨਾਂ ਦੀ ਭਰਪਾਈ ਨਹੀਂ ਹੋ ਸਕਦੀ। ਉਹਨਾਂ ਦਾ ਕੋਈ ਡਾਟਾ ਸੀ ਪਹਿਲਾਂ ਕਿ ਇਹ ਚੀਜ਼ਾਂ ਸੀਗੀਆਂ ਜਿਹੜੀਆਂ ਹੁਣ ਨਹੀਂ, ਕਿਉਂਕਿ ਉਹਦੇ 'ਚ ਕਿਤੇ ਮੇਰੇ ਖਿਆਲ ਸਰਦਾਰ ਕੁਲਵੰਤ ਸਿੰਘ ਰੰਧਾਵਾ ਦੇ ਸਾਈਨਾਂ ਦਾ ਵੀ ਜ਼ਿਕਰ ਆਇਆ ਸੀ। ਉਹਦਾ ਇਹ ਸੀ ਕਿ ਮੈਂ ਤੇ ਉਦੋਂ ਇੱਥੇ ਨਹੀਂ ਸੀ ਹੈਗਾ ਜੀ, ਪਰ ਜਿਹੜਾ ਡਾਟਾ ਸੀ, ਜਿਹੜੇ ਲਾਇਬ੍ਰੇਰੀ ਦੇ ਰਜਿਸਟਰ ਹੁੰਦੇ ਆ ਜੀ, ਉਹ ਸਾਡੇ ਬਚ ਗਏ ਸੀ। ਠੀਕ ਹੈ, ਉਹ ਲਾਇਬ੍ਰੇਰੀ ਦੇ ਰਜਿਸਟਰ ਸਾਨੂੰ ਸੀਬੀਆਈ ਨੇ ਵਾਪਸ ਕਰਤੇ ਸੀ। ਠੀਕ ਹੈ, ਸੀਬੀਆਈ ਨੇ ਜਿਹੜੇ ਰਜਿਸਟਰ ਵਾਪਸ ਕੀਤੇ ਸੀ ਉਹਦੇ ਵਿੱਚ ਹੀ ਐਂਟਰੀਆਂ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਿੰਨੇ ਸਰੂਪ ਸੀ, ਕਿੰਨੇ ਹੱਥ ਲਿਖਤ ਖਰੜੇ ਸੀ, ਕਿੰਨੀਆਂ ਪੋਥੀਆਂ ਸੀ ਜਿਹੜੀਆਂ ਉਸ ਵੇਲੇ ਸਰਕਾਰ ਚੁੱਕ ਕੇ ਲੈ ਗਈ ਜਾਂ ਸਾੜ ਦਿੱਤੀਆਂ ਗਈਆਂ। ਠੀਕ ਹੈ, ਪਰ ਇਹ ਸਾਬਤ ਹੋ ਗਿਆ ਕਿ ਇੱਥੋਂ ਲਿਟਰੇਚਰ ਜਿਹੜਾ ਚੁੱਕ ਕੇ ਖੜਿਆ ਗਿਆ ਜੀ, ਠੀਕ ਆ। ਉਹਦੀ ਜਿਹੜੀ ਡਿਮਾਂਡ ਸੀ ਉਹ ਬਾਰ-ਬਾਰ ਕੀਤੀ ਜਾਂਦੀ ਰਹੀ, ਹੁਣ ਤੱਕ ਵੀ ਹੋ ਰਹੀ ਆ। ਕੋਰਟ ਕੇਸ ਚੱਲ ਰਿਹਾ, ਸਾਡੇ ਦੋ ਤਰ੍ਹਾਂ ਦੇ ਕੋਰਟ ਕੇਸ ਚੱਲ ਰਹੇ ਆ। ਇੱਕ ਟੌੜਾ ਸਾਹਿਬ ਨੇ ਕੀਤਾ ਸੀ ਕਿ ਜਿਹੜਾ ਆਪਰੇਸ਼ਨ ਬਲੂ ਸਟਾਰ ਸਰਕਾਰ ਕਹਿੰਦੀ ਆ, ਜਿਹਨੂੰ ਅਸੀਂ ਤੀਸਰਾ ਘੱਲੂਘਾਰਾ ਕਹਿੰਦੇ ਆ, ਉਹਦਾ ਜਿਹੜਾ ਹਰਜਾਨੇ ਦਾ ਕੇਸ ਕੀਤਾ ਸੀ। ਉਹ ਕਿੰਨੇ ਹਜ਼ਾਰ ਕਰੋੜ ਦਾ ਹੈ? 1000 ਕਰੋੜ ਦਾ ਸੀ। ਅੱਛਾ, 1000 ਕਰੋੜ ਦਾ ਕੇਸ ਸੀ। ਟੌੜਾ ਸਾਹਿਬ ਉਮਰ ਭਰ ਉਸ ਲਈ ਇਹ ਲੜਦੇ ਰਹੇ ਕਿ ਮੇਰੇ ਕੋਲ 1000 ਕਰੋੜ ਦੀ ਜਿਹੜੀ ਫੀਸ ਆ ਉਹ 100 ਕਰੋੜ ਦੇ ਕਰੀਬ ਬਣਦੀ ਸੀ। ਅੱਛਾ, ਕੋਰਟ ਫੀਸ ਲਾਉਣ ਲਈ ਟੌੜਾ ਸਾਹਿਬ ਇਸੇ ਗੱਲ ਤੇ ਹੀ ਲੜਦੇ ਰਹੇ ਕਿ ਮੈਂ ਪੈਸੇ ਨਹੀਂ ਦੇ ਸਕਦਾ। ਸਥਿਤੀ ਦੀ ਵੀ ਇਦਾਂ ਦੀ ਸੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਸਾਧਨ ਨਹੀਂ ਸੀ ਇੰਨੇ ਹੈਗੇ ਤੇ ਟੌੜਾ ਸਾਹਿਬ ਦੇ ਦੌਰਾਨ ਇਹ ਕੇਸ ਲੜਦੇ ਰਹੇ। ਅਖੀਰ 2015 ਦੇ ਵਿੱਚ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਟਾਈਮ ਤੇ ਅਸੀਂ 10 ਕਰੋੜ ਰੁਪਈਆ ਇਸ ਕੇਸ ਲੜਨ ਲਈ ਜਾਰੀ ਕਰਤਾ, ਕੋਰਟ ਫੀਸ ਲਾਤੀ, ਜਮ੍ਹਾਂ ਕਰਾਤਾ 2015 ਚ। ਠੀਕ ਹੈ, ਸਾਡਾ ਪਰਪਸ ਇੱਕੋ ਹੀ ਆ, ਟੌੜਾ ਸਾਹਿਬ ਦਾ ਉਹੀ ਪਰਪਸ ਸੀ, ਸ਼੍ਰੋਮਣੀ ਕਮੇਟੀ ਦਾ ਇੱਕੋ ਹੀ ਪਰਪਸ ਆ ਕਿ ਸਰਕਾਰ ਆਪਣੀ ਇਸ ਬਲੰਡਰ ਮਿਸਟੇਕ ਨੂੰ ਮੰਨੇ ਕਿ ਇਹ ਗੁਨਾਹ ਹੋਇਆ। ਪਰ ਡਾਕਟਰ ਸਾਹਿਬ, ਜੇਕਰ ਤੁਸੀਂ 100 ਕਰੋੜ ਦੀ ਬਜਾਏ 10 ਕਰੋੜ ਜਮ੍ਹਾਂ ਕਰਾਇਆ, ਇਹਦਾ ਮਤਲਬ ਸਾਡਾ ਜਿਹੜਾ ਲੀਗਲੀ ਕੇਸ ਬਣਦਾ ਉਹ ਸਿਰਫ 100 ਕਰੋੜ ਤੱਕ ਸੀਮਿਤ ਰਹਿ ਗਿਆ? ਨਹੀਂ, ਸਾਡਾ ਜਾਂ ਤੁਹਾਨੂੰ ਅਲਾਉ ਕਰਤਾ ਗਿਆ ਕਿ ਤੁਸੀਂ 100 ਕਰੋੜ ਦੀ ਬਜਾਏ 10 ਕਰੋੜ? ਨਹੀਂ, ਸਾਨੂੰ 10 ਕਰੋੜ ਦੀ ਅਲਾਉ ਕਰਤਾ। ਅੱਛਾ। ਸੈਕੰਡਲੀ ਇਹ ਸੀ ਕਿ ਜਿਹੜਾ ਟੌੜਾ ਸਾਹਿਬ ਨੇ ਵੀ ਬਾਰ-ਬਾਰ ਕਹਿੰਦੇ ਸੀ ਕਿ ਸਾਡਾ ਇਹ ਨਹੀਂ ਮੰਤਵ ਹੈ ਕਿ ਸਾਨੂੰ 1000 ਕਰੋੜ ਮਿਲ ਜੇ, ਸਾਡਾ ਮੰਤਵ ਹੈ ਕਿ ਭਾਰਤ ਸਰਕਾਰ ਆਪਣੀ ਗਲਤੀ ਮੰਨੇ। ਕੋਰਟ ਮਤਲਬ ਜੇ ਇਹ ਕਰ ਦਿੰਦੀ ਹੈ ਤੇ ਉਹ ਗਲਤ ਹੋ ਜਾਂਦੇ ਆ। ਉਸ ਕਰਕੇ ਸੀ, ਉਸ ਕਰਕੇ ਹੀ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਸੀ ਉਹਨੂੰ ਉਸੇ ਟਾਈਪ 'ਚ ਹੀ ਪ੍ਰੀਜ਼ਰਵ ਕੀਤਾ ਗਿਆ। ਹੁਣ ਵੀ ਮੇਰੇ ਸਮੇਂ ਦੌਰਾਨ ਅਸੀਂ 92 ਜਿਹੜੇ ਗੋਲੀਆਂ ਦੇ ਨਿਸ਼ਾਨ ਬਾਰ-ਬਾਰ ਲੱਗੇ ਹੋਏ, ਬਹੁਤ ਭਾਰੀ ਨੁਕਸਾਨ ਹੋਇਆ, ਕੋਈ ਭਰਪਾਈ ਨਹੀਂ ਕਰਾ ਸਕਦਾ। ਉਹਨਾਂ ਨੂੰ ਪ੍ਰੀਜ਼ਰਵ ਕਰਨ ਲਈ ਉਹਨਾਂ ਤੇ ਸਟੀਲ ਦੇ ਰਿੰਗ ਲਵਾਏ। ਜਿਹੜੀ ਦੁੱਖ ਭੰਜਣੀ ਬੇਰੀ ਦੇ ਨਾਲ ਸਰੋਵਰ ਆ ਉਹਦੇ ਗੋਲੀਆਂ ਦੇ ਨਿਸ਼ਾਨ ਸੀ, ਉਹਨਾਂ ਨੂੰ ਪ੍ਰੀਜ਼ਰਵ ਕਰਾਇਆ। ਅਸੀਂ ਇੱਕ ਜਿਹੜੀ ਸਾਡੀ ਆਟਾ ਮੰਡੀ ਦੇ ਡਿਓੜੀ ਦੇ ਨਾਲ ਖਜ਼ਾਨਾ ਡਿਓੜੀ ਕਹਿੰਦੇ ਆ, ਉਹ ਇਤਿਹਾਸਕ ਡਿਓੜੀ ਆ, ਉਸ ਡਿਓੜੀ ਨੂੰ ਵੀ ਹੂਬਹੂ ਰੱਖਿਆ,
ਉਹਨੂੰ ਵੀ ਗਲਾਸ ਮੜਨ ਦਾ ਫੈਸਲਾ ਕਰਤਾ ਕਿ ਜਿਹੜਾ ਅਨਬ੍ਰੇਕੇਬਲ ਗਲਾਸ ਹੈ ਇਹਦੇ ਵਿੱਚ ਮੜ ਦਿੱਤਾ ਜਾਵੇ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਇਹਨੂੰ ਦੇਖ ਸਕਣ ਕਿ ਜਿਹੜੀ ਸਰਕਾਰ ਨੇ ਉਸ ਵੇਲੇ ਕਰੂਰ ਕਾਰਾ ਕੀਤਾ ਸੀ ਉਸ ਨੂੰ ਪ੍ਰੀਜ਼ਰਵ ਕੀਤਾ ਜਾਵੇ। ਸਾਡਾ ਮੰਤਵ ਇਹ ਕੋਈ ਨਹੀਂ ਹੈਗਾ ਕਿ ਹਰਜਾਨਾ ਮਿਲ ਜਾਏਗਾ, ਸ਼੍ਰੋਮਣੀ ਕਮੇਟੀ ਨੂੰ 1000 ਕਰੋੜ ਮਿਲ ਜੇ, 500 ਕਰੋੜ ਮਿਲ ਜੇ, 2000 ਕਰੋੜ ਮਿਲ ਜੇ, ਪੈਸੇ ਦੀ ਗੱਲ ਨਹੀਂ ਹੈਗੀ। ਗੱਲ ਇਹ ਸੀ ਕਿ ਸਰਕਾਰ ਨੇ ਜਿਹੜੀ ਸਿੱਖ ਸਾਈਕੀ ਨੂੰ ਜ਼ਖਮੀ ਕੀਤਾ, ਜਿਹੜੀ ਸਿੱਖਾਂ ਦੇ ਮਨਾਂ 'ਚ ਘੁਰਲਾਹਟ ਆ, ਜਿਹੜਾ ਉਹਨਾਂ ਨੇ ਬੱਜਰ ਗੁਨਾਹ ਕੀਤਾ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਇੰਦਰਾ ਗਾਂਧੀ ਦੀ ਅਗਵਾਈ ਦੇ ਵਿੱਚ, ਉਹਨੂੰ ਪ੍ਰਵਾਨ ਕਰੇ ਕਿ ਇਹ ਬਹੁਤ ਵੱਡਾ ਗੁਨਾਹ ਸੀ। ਮੈਨੂੰ ਸਿਰਫ ਤੇ ਸਿਰਫ ਅਫਸੋਸ ਇਸ ਗੱਲ ਦਾ ਕਿ ਗੁਲਾਮ ਭਾਰਤ ਦੇ ਵਿੱਚ ਸਿੱਖਾਂ ਦੀ ਪਹਿਲੀ ਆਜ਼ਾਦ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਉਂਦੀ ਆ, ਪਰ ਬਦਕਿਸਮਤੀ ਆ ਕਿ ਆਜ਼ਾਦ ਭਾਰਤ ਦੇ ਵਿੱਚ ਆਜ਼ਾਦ ਸਿੱਖਾਂ ਤੇ ਭਾਰਤ ਸਰਕਾਰ ਫੌਜੀ ਹਮਲਾ ਕਰਦੀ ਆ। ਆਜ਼ਾਦ ਭਾਰਤ ਦੇ ਵਿੱਚ ਆਜ਼ਾਦ ਸਿੱਖਾਂ ਤੇ ਜਿਨ੍ਹਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ, ਉਹਨਾਂ ਦੀ ਹੋਂਦ ਨੂੰ ਮਿਟਾਉਣ ਲਈ, ਜਿਹਨੂੰ ਅਕਾਲ ਤਖਤ ਸਾਹਿਬ ਨੇ ਸਿੱਖ ਨਸਲਕੁਸ਼ੀ ਦਾ ਨਾਂ ਦਿੱਤਾ, ਉਹ ਹਮਲਾ ਕਰਦੀ ਆ ਅਕਾਲ ਤਖਤ ਸਾਹਿਬ ਤੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ, ਜਿਹੜਾ ਸ਼ਾਂਤੀ ਦਾ ਸੋਮਾ ਵਾ, ਬਿਲਕੁਲ ਸਰਬ ਸਾਂਝੀਵਾਲਤਾ ਦਾ ਸਥਾਨ ਹੈ, ਮਨੁੱਖਤਾ ਦਾ ਧਰਮ ਮੰਦਰ ਆ। ਤੇ ਜਿਹੜਾ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਨੂੰ ਢਾਇਆ ਗਿਆ, ਸਿੱਖ ਮਾਨਸਿਕਤਾ ਨੂੰ ਜਿਹੜਾ ਜ਼ਖਮੀ ਕੀਤਾ, ਸਿੱਖ ਸਾਈਕੀ ਨੂੰ ਜਿਹੜਾ ਹਾਰਟ ਕੀਤਾ, ਉਹ ਕਦੇ ਵੀ ਭਰਪਾਈ ਨਹੀਂ ਹੋ ਸਕੇਗੀ। ਡਾਕਟਰ ਸਾਹਿਬ ਉਹ ਕੇਸ ਕਿੱਥੇ ਖੜਾ ਹੁਣ? ਕੇਸ ਇਸ ਵੇਲੇ 1000 ਕਰੋੜ ਵਾਲਾ ਇੱਥੇ ਖੜਾ ਕਿ ਕੋਰਟ ਨੇ ਕਹਿ ਦਿੱਤਾ ਕਿ ਹੋਮ ਮਿਨਿਸਟਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਸ 'ਚ ਮਿਲ ਕੇ ਫੈਸਲਾ ਕਰ ਲਏ। ਦਿਸ ਇਜ਼ ਦਾ ਬੈਟਰ ਵੇ। ਪਰ ਅਜੇ ਤੱਕ ਕੋਈ ਉਹਦਾ ਮਿਡਵੇ, ਇਹ ਕਿੰਨੀ ਕੁ ਦੇਰ ਤੋਂ ਇਹ ਗੱਲ ਹੋਈ? ਇਹ ਗੱਲ ਚੱਲ ਰਹੀ ਹੈ ਕੋਈ 5-6 ਮਹੀਨੇ ਤੋਂ, ਪਰ ਅਜੇ ਕਿਸੇ ਪਾਸੇ ਲੱਗ ਨਹੀਂ ਸਕੀ। ਹੋਮ ਮਿਨਿਸਟਰੀ ਸਮਾਂ ਦਿੰਦੀ? ਮੈਂ ਕਹਿ ਰਿਹਾ ਵੀ ਇਹ ਜਿਹੜਾ ਉੱਪਰਲੇ ਲੈਵਲ ਦਾ ਕਾਰਜ ਸੀ, ਇਹ ਕੋਈ ਅੱਗੇ ਗੱਲ ਚੱਲ ਨਹੀਂ ਸਕੀ, ਇਹ ਇੱਥੇ ਖੜਾ। ਬਹੁਤ ਬਹੁਤ ਅਹਿਮ ਸਵਾਲ ਡਾਕਟਰ ਸਾਹਿਬ ਨੇ ਰੱਖਤਾ ਹੈ ਕਿ ਜੇਕਰ ਸੱਚਮੁੱਚ ਇਹ ਮਸਲਾ ਕੇਂਦਰ ਦੀ ਸਰਕਾਰ, ਹੋਣ ਵਾਲੀ ਸਰਕਾਰ ਔਰ ਸ਼੍ਰੋਮਣੀ ਕਮੇਟੀ ਦੇ ਦਰਮਿਆਨ ਆ, ਤੇ ਇਹ ਉਹ ਧਿਰ ਜਿਹੜੀ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਉੱਤੇ ਸਿਆਸੀ ਤੌਰ ਤੇ ਪ੍ਰਬੰਧ ਕਰ ਰਹੀ ਹੈ, ਉਹ ਦੋਨਾਂ ਦੇ ਵਿੱਚ ਨੈਗੋਸੀਏਸ਼ਨ ਹੈ ਔਰ ਸਿੱਖ ਕੌਮ ਨੂੰ ਇਹਦੇ ਲਈ ਪ੍ਰੈਸ਼ਰ ਕ੍ਰੀਏਟ ਕਰਨਾ ਚਾਹੀਦਾ ਲੀਡਰਸ਼ਿਪ ਤੇ ਕਿ ਹੁਣ ਮੌਕਾ ਹੈ ਜਦੋਂ ਜੇ ਕੈਨੇਡਾ ਦੇ ਵਿੱਚ ਕਾਮਾਗਾਟਾ ਮਾਰੂ ਵਾਲੀ ਮਾਫੀ 2 ਵਾਰੀ ਮੰਗੀ ਜਾ ਸਕਦੀ ਹੈ। ਮੈਂ ਸਰਦਾਰ ਤਰਲੋਚਨ ਸਿੰਘ ਮੈਨੂੰ ਦੱਸਦੇ ਸੀ, ਕਿਉਂਕਿ ਉਹ ਕਾਫੀ ਖੋਜ ਉਹਨਾਂ ਦੀ ਹੈ ਔਰ ਉਹਨਾਂ ਨੇ ਕੰਮ ਕੀਤਾ ਹੈ, ਕਿ ਮੈਂ ਬੜਾ ਜ਼ੋਰ ਲਾਇਆ ਪਾਰਲੀਮੈਂਟ 'ਚ ਮਾਫੀ ਮੰਗਣ ਲਈ। ਡਾਕਟਰ ਮਨਮੋਹਨ ਸਿੰਘ ਉੱਠ ਕੇ ਖਲੋ ਗਏ ਮਾਫੀ ਮੰਗਣ ਲਈ। ਮੈਂ ਕਿਹਾ ਤੁਸੀਂ ਨਹੀਂ, ਪਾਰਲੀਮੈਂਟ ਮੰਗੇ। ਡਾਕਟਰ ਮਨਮੋਹਨ ਸਿੰਘ ਮਾਫੀ ਨਹੀਂ ਮੰਗਣ, ਪਾਰਲੀਮੈਂਟ ਮੰਗੇ, ਔਰ ਅੱਜ ਤੱਕ ਪਾਰਲੀਮੈਂਟ ਦੇ ਵਿੱਚ ਮਾਫੀ ਨਹੀਂ, ਉਹ ਮਤਾ ਪਾਸ ਨਹੀਂ ਹੋ ਸਕਿਆ। ਕਹਿੰਦੇ ਮੈਂ ਮੂਵ ਵੀ ਕੀਤਾ, ਮੈਂ ਉਹ ਪੇਪਰ ਮੂਵ ਕੀਤੇ ਕਿ ਪਾਰਲੀਮੈਂਟ ਮਾਫੀ ਮੰਗੇ। ਸੋ ਮੈਨੂੰ ਇੰਝ ਲੱਗਦਾ ਹੈ ਕਿ ਹੁਣ ਤਾਂ ਸਾਡੇ ਕੋਲ ਸੁਨਹਿਰੀ ਦਿਨ ਨੇ ਜਿਨ੍ਹਾਂ ਦੇ ਵਿੱਚ 2-3 ਧਿਰਾਂ, ਹੁਣ ਕਾਂਗਰਸ ਸੱਤਾ 'ਚ ਨਹੀਂ ਹੈ ਉੱਥੇ, ਕਿਉਂਕਿ ਉਹਨਾਂ ਨੂੰ ਸਭ ਤੋਂ ਵੱਧ ਮੁਸ਼ਕਲ ਸੀਗੀ ਕਿ ਉਹ ਕਿਵੇਂ ਮੰਨ ਲੈਣ ਕਿ ਅਸੀਂ ਗਲਤੀ ਕੀਤੀ। ਲੇਕਿਨ ਬੀਜੇਪੀ ਜਿਹੜੀ ਸਦਾ ਇਹ ਕਹਿੰਦੀ ਰਹੀ ਹੈ ਕਿ ਕਾਂਗਰਸ ਨੇ 84 ਦੇ ਵਿੱਚ ਕਤਲੇਆਮ ਦਿੱਲੀ ਵਾਲਾ ਔਰ ਦਰਬਾਰ ਸਾਹਿਬ ਤੇ ਹਮਲਾ, ਜਿਹੜੇ ਅੱਜ ਕੱਲ੍ਹ ਦੇ ਲੋਕ ਕਹਿ ਰਹੇ ਜਦੋਂ ਗੁਜਰਾਤ ਵਾਲੇ ਮਸਲੇ ਆਉਂਦੇ, ਸੋ ਕਾਊਂਟਰ ਕਰਦੇ ਆਓ। ਤੇ ਮੈਨੂੰ ਲੱਗਦਾ ਹੈ ਕਿ ਇਸ ਮੌਕੇ ਤੇ ਜੇ ਸਾਡੀ ਲੀਡਰਸ਼ਿਪ ਇਹਨੂੰ ਟੇਕ ਅਪ ਕਰੇ, ਸੀਰੀਅਸਲੀ ਲਵੇ, ਤੇ ਸਾਨੂੰ ਇੱਥੇ ਇੱਕ ਵਧੀਆ ਇਸ ਮੌਕੇ 36 ਸਾਲਾਂ ਬਾਅਦ ਦੇਖੋ, ਜੇ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਕਾਮਾਗਾਟਾ ਮਾਰੂ ਵਾਲੇ ਤੇ ਮਸਲੇ ਤੇ ਜਿਹੜੀ ਕੈਨੇਡਾ ਦੀ ਸਰਕਾਰ ਆ ਉਹ ਮਾਫੀ ਮੰਗੀ, ਬ੍ਰਿਟਿਸ਼ ਸਰਕਾਰ ਨੇ 1919 ਵਾਲਾ ਜਿਹੜਾ ਜਲਿਆਂਵਾਲਾ ਬਾਗ ਦਾ ਸਾਕਾ ਸੀ ਉਹਦੀ ਮਾਫੀ ਮੰਗ ਲਈ। ਅਸੀਂ ਤੇ ਭਾਰਤ ਦੇ ਵਸਿੰਦੇ ਆ, ਭਾਰਤ ਦੇ ਸ਼ਹਿਰੀ ਆ। ਜੇ ਭਾਰਤ ਦੀ ਪਾਰਲੀਮੈਂਟ, ਉਸ ਸਮੇਂ ਦੀ ਸਰਕਾਰ ਨੇ, ਪਾਰਲੀਮੈਂਟ ਨੇ ਗਲਤ ਫੈਸਲਾ ਕੀਤਾ ਸੀ, ਹੁਣ ਦੀ ਪਾਰਲੀਮੈਂਟ ਜਿਹੜੀ ਆ ਉਸ ਲਈ ਕਰ ਜਾਵੇ ਤੇ ਸਾਡੀ ਸਮਝਦਾ ਹੈ ਕਿ ਸਿੱਖਾਂ ਨੂੰ ਥੋੜੀ ਜਿਹੀ ਜਿਹੜੀ ਰਾਹਤ ਆ ਉਹ ਮਹਿਸੂਸ ਹੋਵੇ। ਲੋਕ ਤੇ ਇਹ ਵੀ ਚਾਹਣਗੇ ਕਿ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਇਹਦੇ ਲਈ ਇਨੀਸ਼ੀਏਟ ਕਰਨ ਤੋਂ ਤੁਸੀਂ ਚਿੱਠੀ ਪੱਤਰ ਦੇ ਵਿੱਚ ਆਪਣੇ ਤੌਰ ਤੇ ਮੁੱਖ ਪ੍ਰਬੰਧਕ ਵਜੋਂ ਸ਼ੁਰੂ ਕਰੋ। ਜੀਵਨ ਦੇ ਵਿੱਚ ਮੇਰਾ ਨਹੀਂ ਖਿਆਲ ਦੂਜੇ ਮੌਕੇ ਦਿੰਦੀ ਹੈ ਕੁਦਰਤ। ਸੋ ਇਸ ਏਡੇ ਵੱਡੇ ਕਾਜ ਲਈ ਜੇ ਤੁਸੀਂ ਸਾਧਨ ਬਣ ਜਾਓ ਤੇ ਮੇਰੇ ਖਿਆਲ ਤੁਹਾਡਾ ਪੜ੍ਹਿਆ ਲਿਖਿਆ ਸਾਰਾ ਹੀ ਸਾਰਥਕ ਹੋ ਜਾਊ। ਦੇਖੋ, ਮੈਂ ਜਿੱਥੋਂ ਤੱਕ ਮੇਰਾ ਕਾਰਜ ਆ, ਮੈਂ ਲਿਖਣ ਪੜ੍ਹਨ ਦਾ ਕਾਰਜ 'ਚ ਕਦੇ ਢਿਲਾਈ ਨਹੀਂ ਵਰਤੀ ਹੈ। ਜਿੱਥੇ ਵੀ ਮੇਰੀ ਡਿਊਟੀ ਲੱਗੇਗੀ ਮੈਂ ਕਰਾਂਗਾ, ਇਮਾਨਦਾਰੀ ਨਾਲ ਕਰਾਂਗਾ, ਕੋਈ ਸ਼ੱਕ ਨਹੀਂ ਹੈਗਾ। ਮੇਰਾ ਮੰਤਵ ਵੀ ਇਹ ਹੈ ਕਿ ਮੈਂ ਜਿਹੜੇ ਹਵਾਲੇ ਵੀ ਦੇ ਰਿਹਾ, ਮੈਂ ਜਿੰਨਾ ਵੀ ਲਿਖਦਾ ਉਹਦਾ ਇੱਕੋ ਇੱਕ ਪਰਪਸ ਆ, ਸਿੱਖ ਸਾਈਕੀ ਨੂੰ ਬਲਵਾਨ ਕਰਨਾ। ਡਾਕਟਰ ਸਾਹਿਬ ਬਹੁਤ ਧੰਨਵਾਦ, ਬਹੁਤ ਧੰਨਵਾਦ। ਦੋਸਤੋ, ਮੈਂ ਬੜੀ ਸਾਰਥਕ ਇਸ ਗੱਲਬਾਤ ਨੂੰ ਸਮਝਦਾ ਹਾਂ।
ਅਕਸਰ ਅਸੀਂ ਇਹ ਸੋਚਦੇ ਹਾਂ ਕਿ ਯਾਰ ਅਸੀਂ ਇੱਕ ਦੂਜੇ ਤੇ ਹਮਲਾ ਕਰੀਏ, ਅਸੀਂ ਤਿੱਖੇ ਤਿੱਖੇ ਸਵਾਲ ਕਰੀਏ, ਲੇਕਿਨ ਉਹ ਸਮਾਂ ਲੰਘ ਗਿਆ, ਹੁਣ ਸੰਵਾਦ ਦਾ ਸਮਾਂ ਹੈ। ਸਾਨੂੰ ਇਹਨਾਂ ਦੇ ਵਿੱਚੋਂ ਕੁਝ ਕੰਸਟਰਕਟਿਵ ਕੱਢਣਾ ਪੈਂਦਾ ਹੈ, ਬਣਦਾ ਵੀ ਹੈ। ਲੇਕਿਨ ਅੱਜ ਜਿਹੜੀ ਡਾਕਟਰ ਸਾਹਿਬ ਜਾਂਦੇ ਜਾਂਦੇ ਗੱਲ ਕਰ ਗਿਆ ਕਿ ਜੇਕਰ ਸਾਡੀ ਲੀਡਰਸ਼ਿਪ ਸਿਰ ਜੋੜ ਲੇ, ਹੁਣ ਜਿਹਦੇ ਮਰਜ਼ੀ ਵਿਚਾਰਧਾਰਕ ਵਖਰੇਵੇਂ ਹੋਣ, ਜਦੋਂ ਗੱਲ ਆ ਰਹੀ ਹੈ ਬਲੂ ਸਟਾਰ ਆਪਰੇਸ਼ਨ ਨਾਲ ਸੰਬੰਧਿਤ, ਜਦੋਂ ਸਾਡੇ ਇਤਿਹਾਸ ਸਿਰਜਣ ਦਾ ਮੌਕਾ ਹੈ ਕਿ ਜੇ ਭਾਰਤ ਸਰਕਾਰ ਮੰਨ ਲਵੇ ਗਲਤੀ ਔਰ ਜੇ ਭਰਪਾਈ ਹੋ ਸਕੇ ਕੁਝ ਹੱਦ ਤੱਕ, ਜੇ ਕੋਈ ਆਰਥਿਕ ਤੌਰ ਤੇ ਪੈਕੇਜ ਵੀ ਮਿਲ ਜੇ ਕਮੇਟੀ ਨੂੰ ਤੇ ਉਹਦੇ 'ਚ ਵੀ ਕੋਈ ਬੁਰਾਈ ਨਹੀਂ। ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਜ਼ਿਆਦਾ ਅਹਿਮ ਇਹ ਆ ਕਿ ਉਹ ਮੰਨਣ ਤਾਂ ਸਹੀ ਕਿ ਅਸੀਂ ਗੁਨਾਹ ਕੀਤੇ ਆ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਔਰ ਤੁਸੀਂ ਸਮਾਂ ਕੱਢਿਆ। ਦੋਸਤੋ ਮਿਹਰਬਾਨੀ, ਤੁਸੀਂ ਕੋਸ਼ਿਸ਼ ਕਰਿਓ ਕਿ ਜਿਹੜੇ ਤੁਹਾਡੇ ਨਾਲ ਸੰਬੰਧਿਤ ਸਿਆਸੀ ਲੋਕ ਹੈ ਉਹਨਾਂ ਨੂੰ ਕਨਵਿੰਸ ਕਰ ਸਕੋ ਕਿ ਇਸ ਮਸਲੇ ਦੇ ਉੱਤੇ ਵਖਰੇਵੇਂ ਛੱਡ ਕੇ ਯੁੱਧ ਲੜਨ ਵਾਲੇ ਪਾਸੇ ਆਓ, ਭਾਰਤ ਸਰਕਾਰ ਨੂੰ ਮਨਾਇਆ ਜਾ ਸਕੇ। ਔਰ ਮੈਨੂੰ ਲੱਗਦਾ ਹੈ ਕਿ ਮਨਾਇਆ ਜਾ ਸਕਦਾ ਹੈ ਜੇਕਰ ਸਿਰ ਲੈ ਕੇ ਤੁਰੀਏ। ਜੇ ਫਿਰ ਉਹੋ ਜਿਹੀਆਂ ਲੜਾਈਆਂ ਲੜਨੀਆਂ ਜਿਨ੍ਹਾਂ ਦੇ ਵਿੱਚ ਸ਼ਹਾਦਤਾਂ ਹੋਣ ਲੇਕਿਨ ਪ੍ਰਾਪਤੀ ਨਾ ਹੋਵੇ, ਤੇ ਉਹ ਸਮੇਂ ਨਿਕਲ ਚੁੱਕਿਆ। ਥੈਂਕ ਯੂ।